ਸਾਹਿਬ ਮਹਾਰਾਜ ਜੀ ਅਹਿਮਦਾਬਾਦ ਵਿੱਚ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਲਾਲੋ ਜੀ ਔਰ ਉਹਨਾਂ ਦੇ ਨਾਲ ਇੱਕ ਬ੍ਰਾਹਮਣ ਉਹਦਾ ਸਮੁੱਚਾ ਪਰਿਵਾਰ ਜਿੱਥੇ ਸਤਿਗੁਰੂ ਜੀ ਨੇ ਇਹਨਾਂ ਦੀ ਰੱਖਿਆ ਕੀਤੀ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਬਾਬਰ ਦੇ ਕੈਦਖਾਨੇ ਵਿੱਚ ਜਾ ਕੇ ਜਿੰਨੇ ਵੀ ਕੈਦੀ ਨੇ ਬੰਦੀ ਨੇ ਸਭਨਾਂ ਨੂੰ ਸਤਿਗੁਰੂ ਜੀ ਨੇ ਆਜ਼ਾਦ ਕਰਵਾਇਆ ਔਰ ਬਾਬਰ ਨੂੰ ਸਮਝਾਇਆ ਗੁਰਬਾਣੀ ਦੇ ਸ਼ਬਦ ਉਚਾਰਨ ਕਰਕੇ। ਬਾਬਰ ਵਰਗਾ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਝੁਕ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਵਰਤਾਈ, ਸਮੇਂ ਸਮੇਂ ਦੇ ਨਾਲ ਪਾਵਨ ਬਾਣੀ ਦਾ ਉਚਾਰਨ ਕਰਕੇ, ਸ਼ਬਦ ਦਾ ਉਚਾਰਨ ਕਰਕੇ ਸਮਝਾਉਣਾ ਕੀਤਾ। ਜੋ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਿਆ, ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸ਼ਬਦ ਦੀ ਵਿਚਾਰ ਨੂੰ ਸਰਵਨ ਕੀਤਾ ਸੀ। ਅਗਲੇਰੇ ਪ੍ਰਸੰਗ ਦੇ ਨਾਲ ਜੁੜਨ ਵਾਸਤੇ ਜੋ ਕਵੀ ਸੰਤੋਖ ਸਿੰਘ ਜੀ ਇਤਿਹਾਸ ਦੇ ਨਾਲ ਸਾਨੂੰ ਜੋੜ ਰਹੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਇਤਿਹਾਸ ਨਾਲ ਜੁੜਨਾ ਕਰੀਏ ਜੀ। ਇਸ ਵਿਦ ਕਹਿ ਕਰ ਕਰੁਣਾ ਸਤਨੰ। ਸਤਿਗੁਰੂ ਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਜੋ ਕੱਲ੍ਹ ਦੇ ਸਮੇਂ ਵਿਚਾਰਿਆ, ਇਹ ਉਚਾਰਨ ਕਰਕੇ ਸਮਝਾ ਕੇ ਇਸ ਵਿਦ ਦਾ ਅਰਥ ਹੈ ਇਸ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਸਦਨੰ ਦਾ ਅਰਥ ਹੈ ਆਪਣੇ ਅਸਥਾਨ ਤੇ ਆਏ ਹਨ। ਬੈਠੇ ਨਿਕਟ ਨਗਰ ਦੁਖ ਕਦਨੰ। ਔਰ ਜਿੱਥੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਿਰਾਜਮਾਨ ਹੋਏ, ਨਗਰ ਦੇ ਜਿਹੜੇ ਲੋਕ ਨੇ ਉਹ ਵੀ ਗੁਰੂ ਸਾਹਿਬ ਮਹਾਰਾਜ ਜੀ ਕੋਲ ਆਉਂਦੇ ਹਨ। ਆਵਣ ਲੱਗੇ ਨਗਰ ਨਰ ਨਾਰੀ। ਨਰ ਨਾਰੀ ਇਸਤਰੀ ਪੁਰਸ਼ ਹਰ ਕੋਈ ਗੁਰੂ ਸਾਹਿਬ ਜੀ ਕੋਲ ਆ ਰਿਹਾ ਹੈ। ਕਸ਼ਟ ਸਮਾਜਨ ਪਰ ਪਾਪਾਰੀ। ਜਿਨ੍ਹਾਂ ਨੇ ਬਹੁਤ ਵੱਡਾ ਕਸ਼ਟ ਦਾ ਸਮਾਂ ਜਿਹੜਾ ਉਹ ਦੇਖਿਆ ਹੈ। ਜਦੋਂ ਬਾਬਰ ਪਾਪ ਦੀ ਜੰਜ ਲੈ ਕੇ ਆਇਆ ਤੇ ਜੋ ਕਤਲੇਆਮ ਇਹਨੇ ਆ ਕੇ ਕੀਤਾ, ਇਹ ਬਹੁਤ ਵੱਡਾ ਇੱਕ ਕਸ਼ਟ, ਬਹੁਤ ਵੱਡਾ ਸੰਕਟ ਇਹਨਾਂ ਦੇ ਜੀਵਨ ਵਿੱਚ ਆਇਆ ਸੀ। ਕੱਟੇ ਖਾਨ ਜਾਏ ਮ੍ਰਿਤਕ ਪਰੇ। ਜਿੱਥੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਖਾਨ ਪਠਾਨ ਨੇ, ਉਹਨਾਂ ਦੇ ਸਰੀਰ ਦੇ ਟੁਕੜੇ ਹੋਏ ਜ਼ਮੀਨ ਤੇ ਪਏ ਹਨ। ਅਰੁਣ ਤਰਨ ਸਰੋਣਤ ਬਹੁਤ ਰੇ। ਔਰ ਧਰਤੀ ਵੀ ਜਿਹੜੀ ਆ ਖੂਨ ਦੇ ਨਾਲ ਲਾਲ ਹੋਈ ਪਈ ਹੈ। ਗੁਰੂ ਸਾਹਿਬ ਮਹਾਰਾਜ ਜੀ ਬਾਬਰ ਦੇ ਕੈਦਖਾਨੇ ਵਿੱਚੋਂ ਸ਼ਬਦ ਦੇ ਰਾਹੀਂ ਬਖਸ਼ਿਸ਼ਾਂ ਵਰਤਾਉਂਦਿਆਂ ਹੋਇਆਂ ਵਾਪਸ ਜਦੋਂ ਆਏ ਤੇ ਉਸ ਥਾਂ ਤੇ ਆ ਕੇ ਬੈਠੇ ਨੇ ਜਿਹੜੇ ਬਾਕੀ ਬਚੇ ਹੋਏ ਲੋਕ ਨੇ, ਉਹ ਗੁਰੂ ਸਾਹਿਬ ਕੋਲ ਆਏ ਤੇ ਦੂਸਰੇ ਪਾਸੇ ਜੋ ਮਾਹੌਲ ਬਣਿਆ ਹੈ, ਜਿੰਨੇ ਵੀ ਖਾਨ ਪਠਾਨ ਨੇ ਇਹਨਾਂ ਦੇ ਸਰੀਰ ਦੇ ਟੁਕੜੇ ਹੋਏ ਪਏ ਆ ਔਰ ਜਿਹੜੀ ਧਰਤੀ ਹੈ ਉਹ ਖੂਨ ਦੇ ਨਾਲ ਲਾਲ ਹੋਈ ਪਈ ਹੈ। ਆਨਨ ਧੂਰ ਭਰੇ ਜਿਨ ਕੇਰੇ। ਔਰ ਆਨਨ ਦਾ ਅਰਥ ਹੁੰਦਾ ਮੁਖ। ਚਿਹਰੇ ਜਿਹੜੇ ਆ ਮੁਖ ਨੇ ਇਹ ਮਿੱਟੀ ਦੇ ਨਾਲ ਧੂੜ ਦੇ ਨਾਲ ਭਰੇ ਪਏ ਹਨ। ਆਮਿਕ ਖਾਤ ਗੀਦਰਾ ਵਟੇਰੇ। ਕਵੀ ਸੰਤੋਖ ਸਿੰਘ ਜੀ ਦੇ ਕਹਿਣ ਮੁਤਾਬਕ ਐਸਾ ਮਾਹੌਲ ਬਣਿਆ ਹੈ ਕਿ ਜਿੰਨੇ ਵੀ ਉੱਥੇ ਮਾਸ ਦੇ ਟੁਕੜੇ ਖਿਲਰੇ ਪਏ ਨੇ, ਜਿੰਨੇ ਵੀ ਉੱਥੇ ਬਾਬਰ ਦੇ ਸਿਪਾਹੀਆਂ ਨੇ ਕਤਲੇਆਮ ਕੀਤਾ, ਉਹਨਾਂ ਦੇ ਜਿਹੜੇ ਮਾਸ ਦੇ ਟੁਕੜੇ ਨੇ ਉਹਨਾਂ ਨੂੰ ਗਿੱਧਾਂ ਜਿਹੜੀਆਂ ਨੇ ਆ ਕੇ ਖਾ ਰਹੀਆਂ ਹਨ। ਦਾਰੁਣ ਰੂਪ ਬੇਰੂਪ ਪਾ ਦੇਖਤ ਹੈ ਨਰ ਨਾਰ। ਨਰ ਨਾਰ ਇਸਤਰੀ ਪੁਰਸ਼ ਸਾਰੇ ਜਿਹੜੇ ਨੇ ਇਹ ਦੇਖ ਰਹੇ ਨੇ ਔਰ ਇਹ ਸੀਨ ਜਿਹੜਾ ਇਹ ਬੜਾ ਦਰਦਨਾਕ ਹੈ। ਦਾਰੁਣ ਦਾ ਅਰਥ ਹੁੰਦਾ ਭਿਆਨਕ। ਇਹ ਸੀਨ ਬੜਾ ਭਿਆਨਕ ਹੈ। ਇੱਕ ਸਮਾਂ ਐਸਾ, ਸਮੇਂ ਤੇ ਵੈਸੇ ਬਹੁਤ ਆਏ, ਸਾਕੇ ਬਹੁਤ ਵਰਤੇ, ਘੱਲੂਘਾਰੇ ਬਹੁਤ ਵਰਤੇ, ਪਰ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਸੀ ਤੇ ਜਦੋਂ ਕਰਤਾਰ ਸਿੰਘ ਝੱਬਰ ਹੁਣਾਂ ਦੀ ਅਗਵਾਈ ਦੇ ਵਿੱਚ ਗੁਰੂ ਕੀਆਂ ਪਿਆਰੀਆਂ ਸੰਗਤਾਂ ਜਦੋਂ ਪਹੁੰਚੀਆਂ ਨੇ, ਪਹਿਲੇ ਤੇ ਤਾਲਾ ਲਾ ਦਿੱਤਾ ਗਿਆ, ਚਾਬੀਆਂ ਨਹੀਂ ਦਿੱਤੀਆਂ ਗਈਆਂ, ਪਰ ਜਦੋਂ ਮਿਸਟਰ ਕਿੰਗ ਵੱਲੋਂ ਚਾਬੀਆਂ ਸੌਂਪੀਆਂ ਗਈਆਂ ਤੇ ਦਰਵਾਜ਼ਾ ਜਦੋਂ ਖੋਲ੍ਹਣਾ ਸੀ, ਇਹਨਾਂ ਦੇ ਵਿਚਕਾਰ ਇੱਕ ਬਜ਼ੁਰਗ ਮਾਤਾ ਸੀ, ਜਿਸ ਬਜ਼ੁਰਗ ਮਾਤਾ ਦਾ ਪੁੱਤਰ ਔਰ ਪੋਤਾ ਦੋਵੇਂ ਆਏ ਹੋਏ ਸਨ, ਭਾਈ ਕੇਰ ਸਿੰਘ ਤੇ ਭਾਈ ਦਰਬਾਰਾ ਸਿੰਘ। ਇਹ ਦੋਵੇਂ ਆਏ ਸੀ ਭਾਈ ਲਛਮਣ ਸਿੰਘ ਜੀ ਦੇ ਜਥੇ ਦੇ ਨਾਲ। ਹੁਣ ਕਰਤਾਰ ਸਿੰਘ ਝੱਬਰ ਹੁਣਾਂ ਨੇ ਆਖਿਆ ਵੀ ਮਾਤਾ ਜੀ ਨੂੰ ਸਾਈਡ ਤੇ ਪਾਸੇ ਕਰ ਦਿਓ, ਅੰਦਰ ਸੀਨ ਬੜਾ ਦਰਦਨਾਕ ਹੋਏਗਾ, ਕਿਉਂਕਿ ਜੋ ਸਾਕਾ ਵਰਤਿਆ ਹੈ, ਜਿਵੇਂ ਖਬਰ ਮਿਲੀ ਹੈ, ਪਤਾ ਨਹੀਂ ਅੰਦਰ ਕੀ ਭਾਣਾ ਵਰਤਿਆ ਹੋਏਗਾ। ਪਰ ਜਦੋਂ ਮਾਤਾ ਜੀ ਨੂੰ ਪਾਸੇ ਕਰਨ ਲੱਗੇ ਤੇ ਮਾਤਾ ਨੇ ਆਖਿਆ ਮੈਂ ਘਬਰਾਓ ਨਾ, ਮੈਂ ਡੋਲਣ ਵਾਲੀ ਨਹੀਂ, ਮੈਨੂੰ ਤੇ ਸਗੋਂ ਮਾਣ ਫਖਰ ਹੋਏਗਾ ਕਿ ਮੇਰਾ ਪੁੱਤਰ ਤੇ ਮੇਰਾ ਪੋਤਾ ਇੱਥੇ ਆ ਕੇ ਸ਼ਹੀਦ ਹੋਇਆ। ਵਾਕਈ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਉਹ ਦਰਦਨਾਕ ਭਿਆਨਕ ਸੀਨ ਸੀ ਕਿ ਨਨਕਾਣਾ ਸਾਹਿਬ ਦਾ ਉਹ ਪਵਿੱਤਰ ਅਸਥਾਨ ਤੇ ਅੰਦਰ ਕੋਈ ਵੀ ਐਸੀ ਦੀਵਾਰ ਨਹੀਂ ਸੀ ਜਿੱਥੇ ਲਹੂ ਦੇ ਛਿੱਟੇ ਨਾ ਹੋਣ। ਅੱਧ ਸੜੇ ਹੋਏ ਸਰੀਰ, ਕਿਤੇ ਬਾਹਾਂ, ਕਿਤੇ ਲੱਤਾਂ ਖਿਲਰੀਆਂ ਨੇ, ਕਿਤੇ ਸਿਰ ਦੀਆਂ ਖੋਪੜੀਆਂ ਪਈਆਂ ਨੇ। ਹੁਣ ਉਹ ਸਾਰਿਆਂ ਦੇ ਵਿੱਚੋਂ ਮਾਤਾ ਜਿਹੜੀਆਂ ਆਪਣੇ ਪੁੱਤ ਤੇ ਪੋਤੇ ਨੂੰ ਵੇਖਣਾ ਚਾਹੁੰਦੀ ਆ। ਜਦੋਂ ਦੇਖਦਿਆਂ ਇੱਕ ਕੱਟੀ ਹੋਈ ਲੱਤ ਇਹਦੇ ਹੱਥ ਵਿੱਚ ਆਈ ਤੇ ਭਾਈ ਕੇਰ ਸਿੰਘ ਦੀ ਲੱਤ ਦੇ ਇੱਕ ਨਿਸ਼ਾਨ ਸੀ। ਜਦੋਂ ਉਹ ਨਿਸ਼ਾਨ ਦੇਖਿਆ ਵੀ ਇਹ ਤੇ ਮੇਰੇ ਪੁੱਤਰ ਦੀ ਕੱਟੀ ਹੋਈ ਲੱਤ ਹੈ ਤੇ ਪੂਰੇ ਬਾਡੀ, ਪੂਰੇ ਸਰੀਰ ਨਾਲ ਪਤਾ ਨਹੀਂ ਕੀ ਕੁਝ ਵਰਤਿਆ ਹੋਣਾ। ਹਾਲਾਂਕਿ ਭਾਈ ਜਿਹੜੇ ਉਸ ਵੇਲੇ ਇਹਨਾਂ ਦਾ ਪੋਤਾ ਦਰਬਾਰਾ ਸਿੰਘ ਜਿਉਂਦਿਆਂ ਨੂੰ ਅੱਗ ਦੇ ਵਿੱਚ ਸੁੱਟ ਦਿੱਤਾ ਸੀ, ਪਰ ਜਦੋਂ ਕਹਿੰਦੇ ਮਾਤਾ ਨੇ ਆਪਣੇ ਪੁੱਤਰ ਦੀ ਲੱਤ ਜਿਹੜੀ ਸੀ ਨਾ ਉਹ ਸੀਨੇ ਨਾਲ ਲਾਈ ਤੇ ਉਹ ਰੋਈ ਨਹੀਂ, ਉਹਨੇ ਅੱਖਾਂ ਨਹੀਂ ਭਰੀਆਂ, ਸਗੋਂ ਮਾਣ ਨਾਲ ਆਖਿਆ ਵੀ ਪੁੱਤਰ ਅੱਜ ਮੈਨੂੰ ਮਾਣ ਹੈ ਕਿ ਤੂੰ ਇਸ ਸੀਨੇ ਦੇ ਨਾਲ ਲੱਗ ਕੇ ਜਿਹੜਾ ਦੁੱਧ ਪੀਤਾ ਨਾ, ਅੱਜ ਤੂੰ ਉਹਦਾ ਕਰਜ਼ ਉਤਾਰ ਦਿੱਤਾ। ਅੱਜ ਜਿਹੜਾ ਤੂੰ ਇੱਥੇ ਆ ਕੇ ਸ਼ਹਾਦਤ ਦਾ ਜੰਮ, ਸਾਰੇ ਹੈਰਾਨ ਸੀ ਕਿ ਅਸੀਂ ਸੋਚਿਆ ਵੀ ਇਹ ਬਜ਼ੁਰਗ ਮਾਂ ਡੋਲ ਜਾਏਗੀ, ਘਬਰਾ ਜਾਏਗੀ, ਪਰ ਨਹੀਂ, ਜਿਹੜੇ ਉਸ ਮਾਲਕ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣ ਵਾਲੇ ਨੇ ਉਹ ਕਦੇ ਘਬਰਾਉਂਦੇ, ਕਦੇ ਡੋਲਦੇ ਨਹੀਂ, ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਆ। ਜਿਉਂ-ਜਿਉਂ ਤੇਰਾ ਹੁਕਮ ਤੇ ਵੈ ਤਿਉਂ ਹੋਵਣਾ, ਜੈ ਰੱਖੇ ਆਪ ਤੈਂ ਜਾਹੇ ਖੜੋਵਣਾ, ਉਹ ਹੱਸ ਕੇ ਖਲੋਂਦੇ ਆ। ਪਰ ਜਿਨ੍ਹਾਂ ਨੇ ਕਦੇ ਨਾਮ ਦੀਆਂ ਕਮਾਈਆਂ ਨਹੀਂ ਕੀਤੀਆਂ, ਉਹਨਾਂ ਦੇ ਰੋ ਰੋ ਕੇ ਬੁਰੇ ਹਾਲ ਹੋ ਜਾਂਦੇ ਆ। ਹੁਣ ਇਹ ਜਿਹੜਾ ਸੀਨ ਬੜਾ ਦਰਦਨਾਕ ਹੈ, ਬੜਾ ਭਿਆਨਕ ਹੈ। ਇੱਥੇ ਵੀ ਇਹ ਮਾਹੌਲ ਬਣਿਆ ਹੈ, ਸਰੀਰਾਂ ਦੇ ਟੁਕੜੇ ਪਏ ਹਨ। ਕਰਤ ਚਰਾਨੀ ਆਪਣ ਕੀ ਦਫਨੈ ਧਰਨ ਮਜਾਲ। ਹੁਣ ਇਹ ਲੋਕ ਜਿਹੜੇ ਨੇ ਆਪਣਿਆਂ ਦੀ ਪਛਾਣ ਜਿਹੜੀ ਆ ਉਹ ਕਰ ਰਹੇ ਨੇ ਉਹਨਾਂ ਨੂੰ ਦਫਨਾਉਣ ਵਾਸਤੇ। ਤੁਰਕ ਹੁਟੇਸੇ ਸਭ ਦਫਨਾਏ। ਜਿੰਨੇ ਵੀ ਤੁਰਕ ਸੀ, ਖਾਨ ਪਠਾਨ, ਉਹਨਾਂ ਸਾਰਿਆਂ ਦੀ ਕਹਿੰਦੇ ਨੇ ਪਛਾਣ ਕੀਤੀ ਵੀ ਇਹ ਸਾਡਾ ਬੰਦਾ, ਇਹ ਸਾਡਾ। ਉਹਨਾਂ ਨੇ ਆਪਣੇ ਦੀ ਪਛਾਣ ਕਰਕੇ ਉਹਨਾਂ ਸਾਰਿਆਂ ਨੂੰ ਦਫਨਾਇਆ ਹੈ। ਹਿੰਦੂ ਮਰੇ ਜੇ ਦਾਹ ਕਰਾਏ। ਔਰ ਜਿੰਨੇ ਵੀ ਉੱਥੇ ਹਿੰਦੂ ਲੋਕ ਮਾਰੇ ਗਏ ਨੇ ਉਹਨਾਂ ਦਾ ਦਾਹ ਮੈਨੇ ਹੁੰਦਾ ਸੰਸਕਾਰ ਕਰਨਾ ਉਹਨਾਂ ਦਾ, ਕਿਉਂਕਿ ਧਰਮ ਦੇ ਅਨੁਸਾਰ ਇਸਲਾਮ ਦੇ ਵਿੱਚ ਦਫਨਾਇਆ ਜਾਂਦਾ ਹੈ ਤੇ ਸਨਾਤਨ ਧਰਮ ਵਿੱਚ ਸੰਸਕਾਰ ਕੀਤਾ ਜਾਂਦਾ ਹੈ। ਉਸ ਮੁਤਾਬਕ ਉਹਨਾਂ ਸਾਰਿਆਂ ਨੂੰ ਇੱਕ ਥਾਂ ਇਕੱਠਾ ਕਰਕੇ ਸੰਸਕਾਰ ਕੀਤਾ ਗਿਆ। ਰੋਵੇ ਬੋਹਰ ਭਰਿਓ ਬੜ ਰੋਆ। ਬਸ ਦਫਨਾਉਣ
ਔਰ ਸੰਸਕਾਰ ਕਰਨ ਦੀ ਦੇਰੀ ਸੀ, ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਤਾਹਾਂ ਮਾਰਨ ਲੱਗ ਪਏ ਲੋਕ, ਇਸਤਰੀ ਪੁਰਸ਼ ਸਾਰੇ ਹੀ ਕਹਿੰਦੇ ਉੱਚੀ ਉੱਚੀ ਰੋਣ ਲੱਗ ਪਏ। ਪੀਟਤ ਨਾਰ ਮਿਲੀ ਤੇ ਠੋਰਾ, ਜਿਹੜੀ ਨਾਰ ਭਾਵ ਇਸਤਰੀਆਂ ਨੇ ਉਹ ਆਪਣੇ ਆਪ ਨੂੰ ਪਿੱਟ ਰਹੀਆਂ ਹਨ। ਹਾਏ ਹਾਏ ਉਹ ਕਰੀ, ਹਾਏ ਹਾਏ ਉੱਚੀ ਉੱਚੀ ਇਸ ਤਰ੍ਹਾਂ ਆਵਾਜ਼ਾਂ ਆਉਣ ਲੱਗ ਪਈਆਂ। ਮ੍ਰਿਤ ਭਏ ਗੁਣ ਤਿਨਹਿ ਉਜਰੀ। ਹੁਣ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਨੇ ਉਹ ਸਾਰੇ ਹੀ ਉਹਨਾਂ ਦੇ ਗੁਣ ਗਾਉਂਦਿਆਂ ਉੱਚੀ ਉੱਚੀ ਤਾਹਾਂ ਮਾਰ ਮਾਰ ਕੇ ਰੋਂਦੇ ਹਨ। ਮਿਲ ਇੱਕ ਥਲਬੋ ਰੋਵੇ ਨਾਰੀ, ਕਿਤੇ ਵੱਖ-ਵੱਖ ਹੋ ਕੇ ਰੋ ਰਿਹਾ, ਕਿਤੇ ਇੱਕ ਥਾਂ ਇਕੱਠੇ ਹੋ ਕੇ ਨਰ ਨਾਰੀ ਸਾਰੇ ਕਹਿੰਦੇ ਨੇ ਉੱਚੀ ਉੱਚੀ ਰੋ ਰਹੇ ਹਨ। ਬਾਰ ਉਖਾਰ ਦੇਹ ਤਰ ਡਾਰੀ, ਇੱਥੋਂ ਤੱਕ ਕਿ ਬੁਰਾ ਹਾਲ ਇਹਨਾਂ ਦਾ ਹੋ ਗਿਆ, ਇਹਨਾਂ ਨੇ ਆਪਣੇ ਸਿਰ ਦੇ ਵਾਲ ਆਪਣੇ ਹੱਥਾਂ ਨਾਲ ਹੀ ਪੁੱਟਣੇ ਸ਼ੁਰੂ ਕਰਤੇ। ਹਾਲਾਂਕਿ ਗੁਰਮਤ ਵਿੱਚ ਸਾਨੂੰ ਮਹਾਰਾਜ ਨੇ ਆਖਿਆ ਕਿ ਤੁਸੀਂ ਉਹਦੇ ਭਾਣੇ ਵਿੱਚ ਰਹਿਣਾ ਹੈ, ਇਸ ਤਰ੍ਹਾਂ ਦਾ ਰੁਦਨ ਨਹੀਂ ਕਰਨਾ, ਉੱਚੀ ਉੱਚੀ ਤਾਹਾਂ ਜਿਹੜੀਆਂ ਨੇ ਇਹ ਨਹੀਂ ਮਾਰਨੀਆਂ। ਬਕਾਇਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਸਾਰੇ ਪਰਿਵਾਰ ਨੂੰ ਸੱਦ ਕੇ ਬਾਬਾ ਸੁੰਦਰ ਜੀ ਨੂੰ ਕੋਲ ਬਿਠਾ ਕੇ ਇਹ ਬਚਨ ਉਚਾਰਨ ਕਰਵਾ ਕੇ ਤੇ ਬਾਬਾ ਸੁੰਦਰ ਜੀ ਦੇ ਰਾਹੀਂ ਬਾਣੀ ਅਸੀਂ ਪੜ੍ਹਦੇ ਹਾਂ ਰਾਮਕਲੀ ਸੱਦ। ਸੱਦ ਦਾ ਅਰਥ ਹੈ ਜਿਹੜਾ ਉਹਦੇ ਮਾਲਕ ਦਾ ਸਦਾ ਆਇਆ ਹੈ। ਉਹਦੇ ਵਿੱਚ ਜ਼ਿਕਰ ਕੀਤਾ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿਛਾ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਕਹਿੰਦੇ ਰੋਣਾ ਨਹੀਂ। ਅੱਗੇ ਜਾ ਕੇ ਗੁਰੂ ਸਾਹਿਬ ਨੇ ਵੀ ਸ਼ਬਦ ਉਚਾਰਨਾ ਜਿਹਦੇ ਵਿੱਚ ਇਹ ਗੱਲ ਸਮਝਾਉਣੀ ਹੈ ਕਿ ਸਾਡਾ ਰੁਦਨ ਝੂਠਾ ਹੈ, ਕਿਉਂਕਿ ਜਿਹਦੇ ਪ੍ਰਤੀ ਅਸੀਂ ਰੋ ਰਹੇ ਹਾਂ ਉਹ ਤਾਂ ਦੁਨੀਆ ਤੋਂ ਤੁਰ ਗਿਆ, ਜਿਹਦੇ ਲਈ ਅਸੀਂ ਰੋ ਰਹੇ ਹਾਂ ਉਹ ਤਾਂ ਸੁਣ ਹੀ ਨਹੀਂ ਰਿਹਾ ਸਾਡਾ ਰੋਣਾ। ਇਸ ਲਈ ਹੁਣ ਇਹ ਉਹ ਲੋਕ ਨੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਉੱਚੀ ਉੱਚੀ ਰੋ ਰਹੇ ਨੇ। ਇਸਤਰੀਆਂ ਦਾ ਇੰਨਾ ਬੁਰਾ ਹਾਲ, ਕਹਿੰਦੇ ਬਾਹਰ ਉਖਾਰ ਦਹੇ ਆਪਣੇ ਵਾਲ ਵੀ ਇਹਨਾਂ ਨੇ ਜਿਹੜੇ ਆ ਪੁੱਟਣੇ ਸ਼ੁਰੂ ਕਰ ਦਿੱਤੇ ਤਨ ਕੋ ਕਰਹਿ ਤਾੜਨਾ ਭਾਰੀ, ਔਰ ਆਪਣੇ ਤਨ ਨੂੰ ਜ਼ੋਰ ਜ਼ੋਰ ਆਪਣੇ ਹੀ ਤਨ ਉਤੇ ਹੱਥ ਮਾਰਨੇ। ਇੰਨਾ ਬੁਰਾ ਹਾਲ ਰੋ ਕੇ ਹੋਇਆ ਹੈ। ਉੱਚੀ ਬਾਹੈ ਕਰਹਿ ਪੁਕਾਰੀ, ਔਰ ਇਸਤਰੀਆਂ ਉੱਚੀ ਉੱਚੀ ਬਾਹਾਂ ਕਰਕੇ ਬਾਹਾਂ ਨੂੰ ਜ਼ੋਰ ਜ਼ੋਰ ਨਾਲ ਹਿਲਾ ਕੇ ਰੋਣਾ ਵੀ ਇਹ ਕਿਉਂ ਚਲਾ ਗਿਆ, ਇਹ ਕਿਉਂ ਚਲਾ ਗਿਆ, ਇਹ ਨਹੀਂ ਸੀ ਜਾਣਾ ਚਾਹੀਦਾ, ਇਹ ਕੀ ਹੋ ਗਿਆ, ਇਹ ਕੀ ਵਰਤ ਗਿਆ। ਇਸ ਤਰ੍ਹਾਂ ਉੱਚੀ ਬਾਹੇ ਕਰੇ ਪੁਕਾਰੀ, ਬਾਹਾਂ ਉੱਚੀਆਂ ਕਰ ਕਰਕੇ ਜ਼ੋਰ ਜ਼ੋਰ ਨਾਲ ਹਿਲਾਉਣੀਆਂ। ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਵੱਡ ਰੋਰਾ ਸੁਣ ਕਹਤੇ ਤਾਨਾ, ਜਦੋਂ ਗੁਰੂ ਬਾਬੇ ਨਾਨਕ ਜੀ ਨੇ ਇਹ ਰੋਲਾ ਸੁਣਿਆ ਵੀ ਇੰਨਾ ਬੁਰਾ ਹਾਲ ਇਹਨਾਂ ਦਾ, ਇੰਨਾ ਉੱਚੀ ਉੱਚੀ ਰੋਣਾ, ਆਪਣੇ ਸਿਰ ਦੇ ਵਾਲ ਆਪ ਹੀ ਪੁੱਟੀ ਜਾ ਰਹੀਆਂ ਨੇ, ਆਪਣੇ ਸਰੀਰ ਉੱਤੇ ਜ਼ੋਰ ਜ਼ੋਰ ਦੀ ਹੱਥ ਆਪ ਹੀ ਮਾਰੀ ਜਾ ਰਹੀਆਂ ਨੇ, ਇੰਨਾ ਇਹਨਾਂ ਦਾ ਬੁਰਾ ਹਾਲ। ਵੱਡ ਰੋਰਾ ਸੁਣ ਕਹਿ ਤੈਂ ਥਾਨਾ। ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਇਹਨਾਂ ਦਾ ਰੋਣਾ ਸੁਣਿਆ ਹੈ, ਬਹੁਰੋ ਸ਼੍ਰੀ ਪ੍ਰਭ ਸ਼ਬਦ ਬਖਾਨਾ, ਫਿਰ ਉੱਥੇ ਮਹਾਰਾਜ ਨੇ ਇੱਕ ਸ਼ਬਦ ਜਿਹੜਾ ਗੁਰਬਾਣੀ ਦਾ ਉਹ ਉਚਾਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸ਼ਬਦ ਉਚਾਰਿਆ ਤੇ ਆਰੰਭਤਾ ਵਿੱਚ ਜਦੋਂ ਵੀ ਇਹ ਜ਼ਿਕਰ ਆਉਂਦਾ ਹੈ ਤੇ ਨਾਲ ਸਾਂਝ ਪਾਈ ਜਾਂਦੀ ਹੈ, ਇਹ ਸਾਡੇ ਸਾਰਿਆਂ ਦਾ ਮਕਸਦ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਡੀ ਇਹ ਬਰੀਆ ਵਾਰੀ ਮੌਕਾ ਗੋਬਿੰਦ ਨੂੰ ਮਿਲਣ ਵਾਸਤੇ ਹੈ। ਜਿਹੜਾ ਮਨੁੱਖਾ ਜਨਮ ਮਿਲਿਆ ਇਹ ਗੋਬਿੰਦ ਨੂੰ ਮਿਲਣ ਵਾਸਤੇ ਹੈ। ਪਰ ਉਹ ਗੋਬਿੰਦ ਦਾ ਮਿਲਾਪ, ਪਰਮੇਸ਼ਵਰ ਦਾ ਮਿਲਾਪ ਹੋਵੇਗਾ ਕਿਵੇਂ? ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ। ਤੇ ਸਤਿਗੁਰੂ ਕਿਹੜਾ ਹੈ? ਜਿਹਨੇ ਸਤਿਪੁਰਖ ਨੂੰ ਜਾਣਿਆ ਹੈ। ਜਿਹੜਾ ਸਤਿਗੁਰ ਪੁਰਖ ਨੂੰ ਨਹੀਂ ਜਾਣਦਾ ਉਹ ਸਤਿਗੁਰੂ ਨਹੀਂ ਹੋ ਸਕਦਾ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਨੇ ਸਤਿਪੁਰਖ ਅਕਾਲ ਪੁਰਖ ਰੱਬ ਜੀ ਨੂੰ ਜਾਣਿਆ ਹੈ ਉਹਨੂੰ ਸਤਿਗੁਰ ਕਹਿੰਦੇ ਆ। ਤੇ ਸਤਿਗੁਰ ਪ੍ਰਸਾਦ, ਇਹ ਸਤਿਗੁਰੂ ਦੀ ਕਿਰਪਾ ਦੁਆਰਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੁੰਦਾ ਹੈ। ਆਸਾ ਕਾਫੀ ਮਹੱਲਾ ਪਹਿਲਾ ਕਰ 8ਵਾਂ ਅਸ਼ਟਪਦੀਆਂ। ਫਿਰ ਮਹਾਰਾਜ ਨੇ ਇਹ ਸ਼ਬਦ ਗਾਇਨ ਕੀਤਾ ਅਸ਼ਟਪਦੀਆਂ ਦੇ ਰੂਪ ਵਿੱਚ, ਜਿਹਦੇ 8 ਪਦੇ। ਔਰ ਇਹ ਜਿਹੜਾ ਸ਼ਬਦ ਹੈ ਆਸਾ ਰਾਗ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 418 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਕਾਫੀ ਦੇ ਰੂਪ ਵਿੱਚ, ਕਾਵ ਦੇ ਰੂਪ ਵਿੱਚ ਇਹ ਪਾਵਨ ਸ਼ਬਦ 8ਵੇਂ ਘਰ ਦੇ ਵਿੱਚ ਇਹਦਾ ਉਚਾਰਨ ਹੈ। ਆਸਾ ਰਾਗ ਦਾ ਨਾਮ ਹੈ, ਕਾਫੀ ਕਾਵ ਰੂਪ ਵਿੱਚ ਹੈ, ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਹੈ, ਘਰ 8ਵੇਂ ਘਰ ਵਿੱਚ ਉਚਾਰਨ ਹੈ। ਅਸ਼ਟਪਦੀਆਂ 8 ਪਦੀਆਂ ਵਾਲਾ ਇਹ ਸ਼ਬਦ ਹੈ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰ। ਸਤਿਗੁਰੂ ਮਹਾਰਾਜ ਨੇ ਫਿਰ ਸ਼ਬਦ ਗਾਇਆ, ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਸਾਹਿਬ ਜੀ ਗਾਉਂਦੇ ਆ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਹੁਣ ਜੈਸੇ ਇਹਦਾ ਮਤਲਬ ਇੱਕ ਉਦਾਹਰਨ ਦੇ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਇੱਕ ਐਗਜ਼ਾਮਪਲ ਦਿੱਤੀ ਹੈ। ਕਿਹਦੀ ਦਿੱਤੀ ਹੈ? ਗੋਇਲ ਜਿਹੜਾ ਗਵਾਲਾ ਗਈਆਂ ਤੇ ਮੱਝੀਆਂ ਚਰਾਉਣ ਵਾਲਾ ਹੁੰਦਾ ਹੈ। ਜਦੋਂ ਉਹ ਆਪਣੇ ਨਿੱਜ ਅਸਥਾਨ ਤੋਂ ਗਈਆਂ ਮੱਝੀਆਂ ਨੂੰ ਚਰਾਉਣ ਵਾਸਤੇ ਲੈ ਕੇ ਜਾਂਦਾ ਹੈ, 1 ਮੀਲ ਤੇ ਜਾਵੇ, 2 ਤੇ ਜਾਵੇ, 4 ਤੇ ਜਾਵੇ, ਪਰ ਉਹਨੂੰ ਪਤਾ ਹੈ ਕਿ ਮੈਂ ਜਿਹੜਾ ਗਈਆਂ ਮੱਝੀਆਂ ਨੂੰ ਚਰਾਉਣ ਲਈ ਲੈ ਕੇ ਚੱਲਿਆ ਮੈਂ ਪਰਤ ਕੇ ਵਾਪਸ ਵੀ ਆਉਣਾ ਹੈ। ਮੈਂ ਸਦਾ ਲਈ ਇਹਨਾਂ ਨੂੰ ਲੈ ਕੇ ਨਹੀਂ ਚੱਲਿਆ, ਮੈਂ ਜਦੋਂ ਸਮਾਂ ਆਇਆ ਤੇ ਮੈਨੂੰ ਵਾਪਸ ਆਉਣਾ ਪਏਗਾ। ਜਿਵੇਂ ਇੱਕ ਗਵਾਲਾ ਗਈਆਂ ਤੇ ਮੱਝੀਆਂ ਨੂੰ ਚਰਾਉਣ ਲੈ ਜਾਂਦਾ ਤੇ ਵਾਪਸ ਆਉਣ ਦਾ ਖਿਆਲ ਰੱਖਦਾ ਹੈ, ਬਸ ਤੈਸੇ ਸੰਸਾਰਾ। ਇਹ ਸੰਸਾਰ ਦੀ ਖੇਡ ਵੀ ਇਦਾਂ ਹੀ ਹੈ। ਜੋ ਆਇਆ ਸੋ ਚੱਲ ਸਹੀ, ਸਭ ਕੋਈ ਆਈ ਵਾਰੀ ਹੈ। ਇਹ ਸੰਸਾਰ ਦੀ ਖੇਡ ਵੀ ਇਦਾਂ ਦੀ ਹੈ, ਜਿਹੜਾ ਆਇਆ ਹੈ ਉਹਨੇ ਚੱਲਣਾ। ਵੈਸੇ ਆਪਾਂ ਆਏ ਹਾਂ ਤੇ ਉਸ ਰਾਹ 'ਚ ਆ ਰਹੇ ਹਾਂ ਜਿਸ ਰਾਹ ਚੱਲਣਾ ਹੈ। ਅਸੀਂ ਦੁਨੀਆ ਵਿੱਚ ਜਨਮ ਤਾਂ ਲੈ ਲਿਆ, ਪਰ ਜਨਮ ਤੋਂ ਬਾਅਦ ਇਹ ਸਾਨੂੰ ਲੱਗ ਰਿਹਾ ਵੀ ਮੈਂ 1 ਸਾਲ ਦਾ ਹੋ ਗਿਆ, ਮੈਂ 2 ਸਾਲ ਦਾ ਹੋ ਗਿਆ, ਮੈਂ 40 ਸਾਲ ਦਾ ਹੋ ਗਿਆ, ਮੈਂ 50 ਸਾਲ ਦਾ ਹੋ ਗਿਆ। ਇਹ ਸਾਨੂੰ ਲੱਗ ਰਿਹਾ ਹੈ, ਪਰ ਅਸਲ ਵਿੱਚ ਜਦੋਂ ਹੀ ਅੱਖਾਂ ਖੁੱਲੀਆਂ ਜਨਮ ਹੋਇਆ ਅਸੀਂ ਆਪਣੇ ਕਦਮ ਪਿਛਾਂਹ ਨੂੰ ਮੋੜ ਲਿਆ। ਸਾਡੀ ਜ਼ਿੰਦਗੀ ਦਾ ਸਫ਼ਰ ਘਟਦਾ ਹੈ, ਵੱਧਦਾ ਨਹੀਂ। ਸਰੀਰ ਵੱਧ ਰਿਹਾ ਤੇ ਜ਼ਿੰਦਗੀ ਦਾ ਸਮਾਂ ਸਾਡਾ ਘਟ ਰਿਹਾ ਹੈ। ਅਸੀਂ ਨਿਤ ਪ੍ਰਤੀ ਦਿਨ ਘਟ ਰਹੇ ਸਮੇਂ ਦੇ ਵਿੱਚ ਚੱਲ ਰਹੇ ਹਾਂ, ਭਾਵ ਸਾਡੀ ਜ਼ਿੰਦਗੀ ਦਾ ਸਮਾਂ ਘਟ ਰਿਹਾ ਹੈ। ਸਭ ਕਹਿੰਦੇ ਜਿਸ ਤਰ੍ਹਾਂ ਇੱਕ ਗਵਾਲਾ ਗਈਆਂ ਮੱਝੀਆਂ ਨੂੰ ਚਰਾ ਕੇ ਵਾਪਸ ਆਉਂਦਾ ਹੈ, ਇਸੇ ਤਰ੍ਹਾਂ ਸੰਸਾਰ ਦੀ ਖੇਡ ਹੈ। ਜਿਹੜਾ ਆਇਆ ਹੈ ਉਹਨੂੰ ਚੱਲਣਾ ਪੈਣਾ ਹੈ। ਕੂੜ ਕਮਾਵੇ ਆਦਮੀ ਬੰਦੇ ਕਰ ਬਾਰਾ। ਤੇ ਇਸ ਸੰਸਾਰ ਵਿੱਚ ਜਿਹੜਾ ਆਦਮੀ ਆਇਆ ਹੈ, ਜਿਹੜਾ ਉਪਜਿਆ ਹੈ, ਉਹਨੇ ਇੱਕ ਦਿਨ ਬਿਨਸ ਜਾਣਾ ਹੈ। ਜਿਹੜਾ ਆਇਆ ਹੈ ਉਹਨੇ ਚੱਲਣਾ ਹੈ, ਜਿਹਦਾ ਜਨਮ ਹੈ ਉਹਦੀ ਮੌਤ ਹੈ। ਪਰ ਫਿਰ ਵੀ ਇਹ ਆਦਮੀ ਕੂੜ ਦੇ ਰਸਤੇ ਚੱਲ ਕੇ ਕੂੜ ਨੂੰ ਕਮਾਉਂਦਿਆਂ ਹੋਇਆਂ ਆਪਣੇ ਘਰ-ਬਾਰ ਨੂੰ ਬੰਨਣ ਵਿੱਚ ਹੀ ਲੱਗਾ ਹੈ। ਜਾਗੋ ਸੁੱਤੇ ਹੋ ਚੱਲੇ ਆਵਣ ਜਾਰਾ। ਸਤਿਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਉੱਚੀ ਸਾਰੀ, ਉਹ ਭਾਈ ਜਾਗੋ। ਜਿਹੜੇ ਵਣਜਾਰੇ ਆਏ ਸਨ ਉਹ ਸਮਾਂ ਪਾ ਕੇ ਵਣਜਾਰੇ ਚਲੇ ਗਏ ਨੇ, ਤੁਸੀਂ ਕਿਤੇ ਸੁੱਤੇ ਨਾ ਰਹਿ ਜਾਇਓ। ਜਾਗੋ ਸੁੱਤੇ ਹੋ। ਸਾਡਾ ਮਨ ਸੁੱਤਾ ਪਿਆ ਹੈ ਔਰ ਮਨ ਕਰਕੇ ਅਸੀਂ ਜਾਗਣਾ ਹੈ। ਤਨ ਕਰਕੇ ਤੇ ਅਸੀਂ ਸੌਂਦੇ ਵੀ ਹਾਂ, ਜਾਗਦੇ ਵੀ ਹਾਂ। ਹੁਣ ਜਿੰਨੇ ਆਪਾਂ ਬੈਠੇ ਹਾਂ ਸਰੀਰ ਕਰਕੇ ਜਾਗਦੇ ਹਾਂ, ਪਰ ਜ਼ਰੂਰੀ ਨਹੀਂ ਕਿ ਸਰੀਰ ਕਰਕੇ ਜਾਗ ਰਹੇ ਹਾਂ ਤੇ ਮਨ ਵੀ ਅੰਦਰ ਜਾਗਿਆ ਹੋਵੇ। ਮਨ ਕੀ ਪਤਾ ਮੇਰੇ ਵਰਗੇ ਦਾ ਅੰਦਰੋਂ ਮਨ ਸੁੱਤਾ ਹੋਵੇ। ਇਹ ਸਭ ਕਹਿੰਦੇ ਜਾਗੋ, ਮਨ ਕਰਕੇ ਜਾਗੋ। ਦੇਖੋ ਵਣਜਾਰੇ ਚਲੇ ਗਏ, ਜਿਹੜੇ ਆ ਪਏ ਜਿਨ੍ਹਾਂ ਲਈ ਰੋਦਨ ਕਰ ਰਹੇ ਹੋ, ਇਹ ਵੀ ਵਣਜਾਰੇ ਸੀ, ਤੁਸੀਂ ਵੀ ਵਣਜਾਰੇ ਹੋ। ਆਪਾਂ ਸਾਰੇ ਇੱਥੇ ਵਣਜ ਕਰਨ ਆਏ ਆ। ਇਸ ਲਈ ਜਾਗੋ ਸੁੱਤੇ ਹੋ ਚੱਲਿਆ ਵਣਜਾਰਾ।
ਵਣਜਾਰਾ ਜਿਹੜਾ ਉਹ ਚਲਾ ਗਿਆ ਵਣਜ ਕਰਕੇ, ਕੋਈ ਸੱਚਾ ਵਣਜ ਕਰਕੇ ਗਿਆ, ਕੋਈ ਝੂਠਾ ਕਰਕੇ ਗਿਆ, ਕੋਈ ਸੱਚ ਦਾ ਤੇ ਕੋਈ ਕੂੜ ਦਾ। ਇਸ ਲਈ ਸਾਹਿਬ ਜੀ ਹੁਣ ਵਣਜਾਰਾ ਕੌਣ ਹੈ? ਸਾਡੇ ਜੀਵ ਆਤਮਾ। ਇਸ ਜੀਵ ਆਤਮਾ ਨੇ ਨਾਮ ਦਾ ਵਣਜ ਕਰਨਾ ਸੀ ਤੇ ਇਹ ਜੀਵ ਆਤਮਾ ਵਣਜਾਰਾ ਬਣ ਕੇ ਆਇਆ ਤੇ ਚਲਾ ਗਿਆ। ਸਾਹਿਬ ਕਹਿੰਦੇ ਬਾਕੀ ਜਾਗੋ, ਇਹ ਵਣਜਾਰੇ ਆਏ ਸੰਸਾਰ 'ਚ ਚਲੇ ਗਏ। ਰਹਾਉ ਦਾ ਮਤਲਬ ਹੈ ਵਿਸ਼ਰਾਮ ਦੇ ਕੇ ਸਮਝਾਉਣਾ ਕਿ ਇਹਦੇ ਇਸ ਪੰਕਤੀ ਵੱਲ ਧਿਆਨ ਦੇਣਾ। ਜਾਗੋ ਜਾਗੋ ਸੁੱਤੇ ਹੋ ਚੱਲਿਆ ਵਣਜਾਰਾ, ਇਹ ਪੂਰੇ ਸ਼ਬਦ ਵਿੱਚ ਜੋ ਰਹਾਉ ਦੀ ਪੰਕਤੀ ਹੈ ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਨੀਤ ਨੀਤ ਕਰ ਬੰਧਿਆ ਹੈ ਜੇ ਰਹਿਣਾ ਹੋਈ। ਸਾਹਿਬ ਕਹਿੰਦੇ ਪੱਕਾ ਤੇ ਕਿਸੇ ਨੇ ਵੀ ਨਹੀਂ ਰਹਿਣਾ, ਨਾ ਕੋਈ ਦੁਨੀਆ 'ਚ ਪੱਕਾ ਰਹਿਣ ਵਾਸਤੇ ਆਇਆ ਤੇ ਨਾ ਕਿਸੇ ਨੇ ਸਦੀਵੀ ਪੱਕਾ ਸੰਸਾਰ ਵਿੱਚ ਰਹਿਣਾ। ਫਿਰ ਆਪਾਂ ਜਿਹੜੇ ਘਰ ਬੰਨ੍ਹਦੇ ਪਏ ਆ ਇਹ ਪੱਕੇ ਬੰਨ੍ਹਦੇ ਪਏ ਆ, ਕਿਉਂ? ਕਿਉਂਕਿ ਅਸੀਂ ਇਹਦੇ ਵਿੱਚ ਰਹਿਣਾ ਹੈ। ਪਰ ਸਾਹਿਬ ਕਹਿੰਦੇ ਜਿਹੜੇ ਤੁਸੀਂ ਘਰ ਬੰਨ੍ਹ ਰਹੇ ਹੋ, ਬਣਾ ਰਹੇ ਹੋ, ਇਹਦੇ ਵਿੱਚ ਸਦੀਵੀ ਨਹੀਂ ਰਹਿਣਾ। ਜਿਹੜੇ ਸਮਾਜ ਵਿੱਚ ਆਪਾਂ ਰਹਿੰਦੇ ਆ, ਬਹੁਤ ਐਸੇ ਕੇਸਿਸ ਸਾਨੂੰ ਵੇਖਣ ਨੂੰ ਮਿਲਦੇ ਆ ਕਿ ਇੱਕ ਬੰਦੇ ਨੇ ਪਹਿਲਾਂ ਮਿਹਨਤ ਬੜੀ ਕੀਤੀ, ਮਿਹਨਤ ਕੀਤੀ 10 15 20 ਸਾਲ ਉਹਨੇ ਮਿਹਨਤ ਕੀਤੀ, ਪੈਸਾ ਜੋੜਿਆ ਵੀ ਮੈਂ ਘਰ ਬੜਾ ਸੋਹਣਾ ਸੁੰਦਰ ਬਣਾਉਣਾ ਹੈ। ਫਿਰ ਅੱਗੋਂ ਉਹਨੂੰ 2-4 ਸਾਲ ਘਰ ਬਣਾਉਣ ਵਿੱਚ ਲੱਗ ਗਏ ਤੇ ਜਿਸ ਦਿਨ ਉਹਨੇ ਘਰ ਪ੍ਰਵੇਸ਼ ਕਰਨਾ ਸੀ ਨਾ, ਘਰ ਦੇ ਵਿੱਚ ਪ੍ਰਵੇਸ਼ ਕਰਨਾ ਸੀ, ਤੇ ਜਦੋਂ ਉਹ ਸਮਾਂ ਆਇਆ, ਜਿਹੜਾ ਸਮਾਂ ਨਿਸ਼ਚਿਤ ਕੀਤਾ ਵੀ ਇਸ ਦਿਨ ਘਰ ਪ੍ਰਵੇਸ਼ ਕਰਨਾ ਹੈ, ਉਸ ਦਿਨ ਆਪ ਦੁਨੀਆ ਤੋਂ ਚਲਾ ਗਿਆ। ਉਸ ਘਰ ਦੇ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਵੇਖੋ ਬੰਦਾ ਚੱਲਿਆ ਚਾਹੋਂ ਜਣਿਆਂ ਦੇ ਕੰਨ, ਇਹ 4 ਮੋਢਿਆਂ ਤੇ ਕਿਸੇ ਹੋਰ ਘਰ ਚਲਾ ਗਿਆ। ਜਿਹੜੇ ਘਰ ਲਈ ਮਿਹਨਤ ਕੀਤੀ ਉਸ ਘਰ ਵਿੱਚ ਤਾਂ ਕਦਮ ਰੱਖਣਾ ਵੀ ਨਸੀਬ ਨਹੀਂ ਹੋਇਆ। ਸਾਹਿਬ ਜੀ ਕਹਿੰਦੇ ਨੇ ਇਹ ਸੱਚ ਹੈ, ਇੱਥੇ ਕਿਸੇ ਨੇ ਰਹਿਣਾ ਨਹੀਂ, ਜਾਣਾ ਸਭਨਾਂ ਨੇ ਹੈ। ਆਹ ਵੀ ਘਰ ਜਿਹੜਾ ਇਹ ਵੀ ਘਰ ਹੈ, ਇਸ ਘਰ ਵਿੱਚ ਸਦਾ ਕਿਸੇ ਨੇ ਨਹੀਂ ਰਹਿਣਾ। ਆਹ ਘਰ ਵੀ ਇੱਕ ਦਿਨ ਢਾਹ ਢੇਰੀ ਹੋ ਜਾਣਾ ਹੈ। ਇਹ ਘਰ ਮਿੱਟੀ ਦਾ ਬਣਿਆ, ਇੱਕ ਦਿਨ ਇਹ ਮਿੱਟੀ ਹੋ ਜਾਣਾ ਘਰ। ਇਹਨੂੰ ਜਿੰਨਾ ਮਰਜ਼ੀ ਆਪਾਂ ਸਵਾਰੀ ਜਾਈਏ, ਜਿੰਨਾ ਮਰਜ਼ੀ ਇਹਦੇ ਉੱਤੇ ਸੋਨਾ ਚਾਂਦੀ ਇਹਦੇ ਉੱਤੇ ਲਾਈ ਜਾਈਏ, ਪਰ ਇੱਕ ਦਿਨ ਤਾਂ ਇਹ ਘਰ ਰਹਿਣਾ ਹੀ ਨਹੀਂ। ਇਹ ਘਰ ਨੇ ਮਿੱਟੀ ਹੋ ਜਾਣਾ ਹੈ, ਭਾਵੇਂ ਜਿਹੜਾ ਅਸੀਂ ਬਣਾਇਆ ਉਹ ਤੇ ਭਾਵੇਂ ਆ ਸਰੀਰ ਰੂਪੀ ਘਰ। ਸਾਹਿਬ ਜੀ ਕਹਿੰਦੇ ਆ ਨੀਤ ਨੀਤ ਘਰ ਬੰਦੀ ਹੈ ਜੇ ਰਹਿਣਾ ਹੋਈ। ਤੁਸੀਂ ਤਾਂ ਇਹ ਪੱਕੇ ਘਰ ਆਪਣੀ ਨਿਤ ਬਣਾਓ ਜੇ ਸਦੀਵੀ ਇੱਥੇ ਰਹਿਣਾ ਹੋਵੇ। ਪਿੰਡ ਪਵੈ ਜੀਓ ਚਲਸੀ ਜੇ ਜਾਣੇ ਕੋਈ। ਜੇ ਇਸ ਗੱਲ ਨੂੰ ਕੋਈ ਜਾਣ ਲਵੇ, ਜੇ ਕੋਈ ਇਸ ਗੱਲ ਨੂੰ ਸਮਝ ਲਵੇ, ਪਿੰਡ ਪਵੈ, ਜਦੋਂ ਆ ਪਿੰਡ ਪਿੰਡਾ ਆ ਸਰੀਰ ਜਦੋਂ ਇਹ ਢੇਰੀ ਹੋ ਜਾਏਗਾ, ਜਦੋਂ ਇਹ ਸਰੀਰ ਮਿੱਟੀ ਹੋ ਜਾਏਗਾ, ਕੀ ਹੋਏਗਾ? ਜੀਓ ਚੱਲ ਸੀ, ਉਹ ਅੰਦਰ ਜੋ ਜੀਵ ਹੈ ਉਹਨੇ ਚੱਲ ਪੈਣਾ, ਉਹਨੇ ਤੁਰ ਪੈਣਾ। ਸਰੀਰ ਦਾ ਜਨਮ ਹੈ ਤੇ ਸਰੀਰ ਦੀ ਮੌਤ ਹੈ। ਪਰ ਜਿਹੜਾ ਇਸ ਸਰੀਰ ਦੇ ਵਿੱਚ ਜੀਵ ਆਤਮਾ, ਨਾ ਉਹਦਾ ਜਨਮ ਹੈ ਨਾ ਉਹਦੀ ਮੌਤ ਹੈ, ਉਹ ਤਾਂ ਆਉਣ ਜਾਣ ਵਿੱਚ ਹੈ। ਉਹਨਾਂ ਤਾਂ ਆਉਣਾ ਤੇ ਚੱਲਣਾ ਹੈ। ਉਸ ਜੀਵ ਆਤਮਾ ਦਾ ਆਵਾਗਮਨ ਹੈ, ਆਉਣਾ ਤੇ ਜਾਣਾ। ਉਹਨਾਂ ਚਿਰ ਹੈ ਇਹਨੇ ਚੱਲਣਾ ਜਿੰਨਾ ਚਿਰ ਇਹ ਪਰਮੇਸ਼ਵਰ ਵਿੱਚ ਲੀਨ ਨਾ ਹੋ ਜਾਵੇ। ਇਹ ਰੱਬੀ ਜੋਤ ਜਦੋਂ ਰੱਬੀ ਜੋਤ ਵਿੱਚ ਸਮਾ ਨਾ ਜਾਵੇ, ਇਹਨੇ ਚੱਲਦਾ ਹੀ ਰਹਿਣਾ, ਆਉਂਦੇ ਜਾਂਦੇ ਹੀ ਰਹਿਣਾ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਪਿੰਡ ਪਵੈ, ਜਿਸ ਦਿਨ ਆ ਪਿੰਡ ਉਤੇ ਮੌਤ ਦਾ ਸਮਾਂ ਆ ਜਾਂਦਾ ਹੈ, ਇਹ ਢੇਰੀ ਹੋ ਜਾਂਦਾ ਹੈ ਪਿੰਡਾ, ਇਹਦੇ ਵਿੱਚੋਂ ਜਿਹੜੀ ਜੀਓ ਹੈ ਜਿੰਦ, ਉਹ ਚੱਲ ਪੈਂਦੀ ਹੈ ਸਰੀਰ ਛੱਡ ਕੇ। ਜੇ ਜਾਣੇ ਕੋਈ, ਜੇ ਇਸ ਗੱਲ ਨੂੰ ਕੋਈ ਚੰਗੀ ਤਰ੍ਹਾਂ ਜਾਣ ਸਮਝ ਲਵੇ। ਉਹੀ ਕਿਆ ਕਰੋ ਹੈ ਹੋਸੀ ਸੋਈ। ਉਹਨੂੰ ਜਿਹੜੇ ਰੋ ਰਹੇ ਨੇ ਤਾਂ ਮਾਰ ਮਾਰ ਕੇ, ਅਹਿਮਨਾਬਾਦ ਦੇ ਲੋਕ, ਇਸਤਰੀਆਂ, ਉਹ ਕਹਿੰਦੇ ਉਹੀ ਸਾਡੇ ਵਾਸਤੇ ਤਾਂ ਉਹੀ ਸਭ ਕੁਝ ਸੀ, ਉਹੀ ਸਭ ਕੁਝ ਸੀ। ਇਹ ਰਿਹਾ ਨਹੀਂ, ਸਾਡਾ ਕੀ ਹੋਵੇਗਾ? ਅਸੀਂ ਕਿਹਦੇ ਸਹਾਰੇ ਜੀਵਾਂਗੇ? ਸਾਡਾ ਕੌਣ ਸਹਾਰਾ ਬਣੇਗਾ? ਉਹੀ ਇੱਕ ਸੀ ਜਿਹੜਾ ਤੁਰ ਗਿਆ ਜਹਾਨ ਤੋਂ। ਮਹਾਰਾਜ ਕਹਿੰਦੇ ਉਹੀ ਕਿਆ ਕਰੋ। ਇਹ ਉਹੀ ਕੀ ਕਰਦੇ ਹੋ? ਹੈ ਹੋਸੀ ਸੋਈ, ਜਿਹਦਾ ਤੁਹਾਡਾ ਅਸਲ ਆਸਰਾ ਹੈ ਉਹ ਤੇ ਹੈ, ਉਹ ਅੱਗੇ ਵੀ ਹੋਵੇਗਾ। ਉਹ ਸਦੀਵੀ ਹੈ, ਉਹ ਨਾ ਜੰਮਦਾ ਨਾ ਮਰਦਾ ਨਾ ਆਉਂਦਾ ਨਾ ਜਾਂਦਾ, ਉਹ ਤੇ ਸਦੀਵੀ ਰਹਿਣ ਵਾਲਾ। ਤੁਸੀਂ ਕਿਉਂ ਚਿੰਤਾ ਕਰਕੇ ਰੋ ਰਹੇ ਹੋ ਵੀ ਉਹੀ ਸੀ, ਉਹਦੇ ਤੋਂ ਬਿਨਾਂ ਸਾਡਾ ਕੀ ਹੋਵੇਗਾ? ਸਾਡਾ ਕੌਣ ਸਹਾਰਾ ਬਣੇਗਾ? ਪਰ ਇਹ ਕਿਉਂ ਭੁੱਲ ਗਏ ਕਿ ਉਹ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸਦੀਵੀ ਸੱਚ ਹੈ ਪਰਮੇਸ਼ਵਰ। ਅਸੀਂ ਉਹਦੇ ਆਸਰੇ ਜੀ ਰਹੇ ਹਾਂ, ਉਹਦਾ ਆਸਰਾ ਲੈ ਕੇ ਹੀ ਅਸੀਂ ਚੱਲ ਰਹੇ ਹਾਂ। ਇਸ ਲਈ ਮਹਾਰਾਜ ਕਹਿੰਦੇ ਉਹੀ ਕਿਆ ਕਰੋ। ਤੁਸੀਂ ਤਾਂ ਮਾਰ ਕੇ ਕਹਿ ਰਹੇ ਹੋ ਉਹੀ ਸੀ, ਪਰ ਨਹੀਂ, ਜਿਹੜਾ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਦਾ ਆਸਰਾ ਹੈ ਹੋਸੀ ਸੋਈ ਮੰਨਿਓ ਪਰਮੇਸ਼ਵਰ, ਉਹ ਤਾਂ ਸਦੀਵੀ ਤੁਹਾਡਾ ਆਸਰਾ ਰਹੇਗਾ। ਤੁਮ ਰੋਵੋਗੇ ਉਸਨੂੰ ਤੁਮਕੋ ਕੌਣ ਰੋਈ। ਹੁਣ ਜ਼ਿੰਦਗੀ ਦੀ ਖੇਡ ਹੈ ਵੀ ਤੁਸੀਂ ਜਿਹੜੇ ਚਲੇ ਗਏ ਉਹਨਾਂ ਲਈ ਰੋਂਦੇ ਪਏ ਹੋ, ਪਰ ਉਹਨਾਂ ਲਈ ਤਾਂ ਰੋਂਦੇ ਪਏ ਹੋ, ਕਦੀ ਸੋਚਿਆ ਵੀ ਤੁਹਾਨੂੰ ਰੋਣ ਵਾਲਾ ਕੌਣ ਹੈ? ਜੇ ਤੁਸੀਂ ਉਹਨਾਂ ਲਈ ਰੋ ਰਹੇ ਹੋ, ਉਹਨਾਂ ਤੋਂ ਪਹਿਲਾਂ ਉਹ ਕਿਸੇ ਲਈ ਰੋਂਦੇ ਹੋਣਗੇ ਤੇ ਤੁਹਾਡੇ ਲਈ ਵੀ ਤੇ ਅੱਗੋਂ ਕੋਈ ਰੋਣ ਵਾਲਾ ਹੋਏਗਾ, ਕਿਉਂਕਿ ਰਹਿਣਾ ਤੁਸੀਂ ਵੀ ਨਹੀਂ ਸੰਸਾਰ 'ਚ। ਜੇ ਉਹ ਚਲੇ ਗਏ ਨੇ ਤੇ ਚਲੇ ਤੁਸੀਂ ਵੀ ਜਾਣਾ ਹੈ, ਤੇ ਜੇ ਤੁਸੀਂ ਜਾਣਾ ਤੇ ਤੁਹਾਡੇ ਤੋਂ ਆਉਣ ਵਾਲੇ ਬਾਅਦ ਵਿੱਚ ਜਾਣਾ ਉਹਨਾਂ ਨੇ ਵੀ ਹੈ। ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀ ਹੋਏ। ਇਸ ਸੰਸਾਰ ਵਿੱਚ ਹਰ ਇੱਕ ਨੇ ਆਪਣੀ ਵਾਰੀ ਆਉਣਾ, ਔਰ ਹਰ ਇੱਕ ਨੇ ਆਪਣੀ ਵਾਰੀ ਜਾਣਾ ਹੈ। ਕਰਮ ਵੀ ਆਪਣਾ ਤੇ ਵਾਰੀ ਵੀ ਆਪਣੀ ਹੈ, ਫਲ ਵੀ ਆਪਣਾ ਭੋਗਣਾ ਹੈ। ਇਸ ਲਈ ਮਹਾਰਾਜ ਜੀ ਕਹਿੰਦੇ ਤੁਸੀਂ ਉਹਨਾਂ ਨੂੰ ਰੋ ਰਹੇ ਹੋ, ਤੁਮਕੋ ਕੌਣ ਰੋਈ, ਤੁਹਾਨੂੰ ਕੌਣ ਰੋਵੇਗਾ? ਤੰਦਾ ਪਿੱਟੇ ਹੋ ਭਾਈ ਹੋ ਤੁਮ ਕੂੜ ਕਮਾਵੋ। ਐਡੀ ਉੱਚੀ ਰੋ ਰਹੇ ਹੋ, ਪਿੱਟ ਰਹੇ ਹੋ, ਧਾਹਾਂ ਮਾਰ ਰਹੇ ਹੋ, ਵਾਲ ਖਿਲਾਰ ਰਹੇ ਹੋ, ਵਾਲ ਪੁੱਟ ਰਹੇ ਹੋ, ਆਪਣੇ ਸਰੀਰ ਤੇ ਆਪਣੇ ਜ਼ੋਰ ਦੀ ਹੱਥ ਮਾਰ ਰਹੇ ਹੋ। ਇਹ ਸਭ ਕੁਝ ਕੂੜ ਕਮਾ ਰਹੇ ਹੋ ਤੁਸੀਂ, ਕਿਉਂਕਿ ਗੁਰਬਾਣੀ ਸੱਚ ਕਹਿੰਦੀ ਹੈ, ਸੱਚ ਹਮੇਸ਼ਾ ਕੌੜਾ ਲੱਗਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਧੰਦਾ ਪਿੱਟਿਓ ਭਾਈਓ, ਇਹ ਭਾਈ ਤੁਸੀਂ ਧੰਦਾ ਪਿੱਟ ਰਹੇ ਹੋ, ਭਾਵ ਆ ਜਿਹੜਾ ਤੁਸੀਂ ਰੁਦਨ ਕਰ ਰਹੇ ਹੋ, ਪਿੱਟ ਸਿਆਪਾ ਕਰ ਰਹੇ ਹੋ, ਇਹ ਤੁਮ ਕੂੜ ਕਮਾਵੋ, ਤੁਸੀਂ ਕੂੜ ਕਮਾ ਰਹੇ ਹੋ। ਇਹ ਝੂਠ ਹੈ ਤੁਹਾਡਾ ਰੋਣਾ, ਤੁਹਾਡਾ ਇਹ ਇੰਨਾ ਜ਼ਿਆਦਾ ਰੁਦਨ ਕਰਨਾ ਮਹਾਰਾਜ ਕਹਿੰਦੇ ਝੂਠ ਹੈ। ਉਹ ਨਾ ਸੁਣਈ ਕਤਈ ਤੁਮ ਲੋਕ ਸੁਣਾਵੋ। ਉਹ ਨਾ ਸੁਣਈ ਕਤਈ, ਜਿਨ੍ਹਾਂ ਲਈ ਤੁਸੀਂ ਰੋਂਦੇ ਪਏ ਹੋ ਉਹ ਤੇ ਕਦੇ ਵੀ ਤੁਹਾਡਾ ਰੋਣਾ ਨਹੀਂ ਸੁਣੇਗਾ। ਜਿਨ੍ਹਾਂ ਲਈ ਤਾਹਾਂ ਮਾਰਦੇ ਪਏ ਆ ਉਹ ਥੋੜੀ ਸੁਣਦੇ ਪਏ ਆ, ਉਹ ਤਾਂ ਮੁਰਦਾ ਹੋਏ ਪਏ ਆ, ਉਹ ਤਾਂ ਡੈਡ ਬਾਡੀ ਪਈ ਆ, ਸਰੀਰ ਮੁਰਦਾ ਹੋਇਆ ਪਿਆ, ਨਾ ਉਹ ਸੁਣ ਰਿਹਾ, ਨਾ ਦੇਖ ਰਿਹਾ, ਨਾ ਬੋਲ ਰਿਹਾ। ਇਸ ਲਈ ਮਹਾਰਾਜ ਜੀ ਕਹਿੰਦੇ ਆ ਉਹ ਨਾ ਸੁਣਈ ਕਤਈ ਤੁਮ ਲੋਕ ਸੁਣਾਵੋ। ਲੋਕਾਂ ਨੂੰ ਸੁਣਾਉਣ ਦਾ ਕੀ ਫਾਇਦਾ? ਲੋਕਾਂ ਨੂੰ ਉੱਚੀ ਤਾਹਾਂ ਮਾਰ ਕੇ ਰੋ ਕੇ ਕਹਿਣ ਦਾ ਕੀ ਲਾਭ ਹੈ? ਇਹ ਮੇਰੇ ਨਾਲ ਮੇਰਾ ਬੜਾ ਪਿਆਰ ਸੀ, ਇਹਦੇ ਤੋਂ ਬਿਨਾਂ ਮੇਰਾ ਕੌਣ ਸਹਾਰਾ ਹੈ? ਮਹਾਰਾਜ ਕਹਿੰਦੇ ਲੋਕਾਂ ਨੂੰ ਹੀ ਸੁਣਾ ਰਹੇ ਹੋ, ਜਿਹਦੇ ਲਈ ਰੋ ਰਹੇ ਹੋ ਉਹ ਤਾਂ ਤੁਹਾਡਾ ਰੋਣਾ ਸੁਣੀ ਕੋਈ ਨਹੀਂ ਰਿਹਾ। ਇੱਕ ਬੇਨਤੀ ਕਰਕੇ ਚੱਲਾਂ, ਅਸੀਂ ਨਾ ਮੋਇਆਂ ਤੋਂ ਬਾਅਦ ਸ਼ਰਾਧ ਬੜੇ ਵਧੀਆ ਕਰਾ ਲੈਂਦੇ ਹਾਂ, ਬੜੇ ਵਧੀਆ, ਕਿਉਂਕਿ ਬਰਾਦਰੀ ਨੇ ਇਕੱਠਾ ਹੋਣਾ ਹੁੰਦਾ ਨਾ, ਸਮਾਜ ਨੇ ਇਕੱਠਾ ਹੋਣਾ, ਬਰਾਦਰੀ ਨੇ, ਤੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਜਿਹੜੇ ਸਾਡੇ ਵੱਡੇ ਵਡੇਰੇ ਬਜ਼ੁਰਗ ਮਾਤਾ ਪਿਤਾ ਉਹਨਾਂ ਨਾਲ ਬੱਚਿਆਂ ਦਾ ਕਿੰਨਾ ਪਿਆਰ ਸੀ। ਪਰ ਇਹ ਤਾਂ ਹੁਣ ਮਾਂ-ਬਾਪ ਹੀ ਜਾਣਦੇ ਆ ਨਾ ਵੀ ਇਹਨਾਂ ਨੇ ਭਾਵੇਂ ਜਿਉਂਦਿਆਂ ਪਾਣੀ ਦਾ ਘੁੱਟ ਨਾ ਪਿਆਇਆ ਹੋਵੇ, ਇਹਨਾਂ ਨੇ ਜਿਉਂਦਿਆਂ ਭਾਵੇਂ ਇੱਕ ਬੁਰਕੀ ਤੋੜ ਕੇ ਰੋਟੀ ਦੀ ਮੂੰਹ ਵਿੱਚ ਨਾ ਪਾਈ ਹੋਵੇ, ਇਹਨਾਂ ਨੇ ਭਾਵੇਂ ਮਾਂ ਤੜਪਦੀ ਹੋਵੇ ਮੰਜੇ ਤੇ ਰੋਂਦੀ ਹੋਵੇ ਵੀ ਪੁੱਤ ਦਵਾਈ ਹੋਈ ਲਿਆ ਕੇ ਦੇ ਦੇ, ਤੇ ਪੁੱਤ ਕਹੇ ਮੇਰੇ ਕੋਲ ਟਾਈਮ ਕੋਈ ਨਹੀਂ, ਮੇਰੇ ਕੋਲ ਸਮਾਂ ਕੋਈ ਨਹੀਂ, ਤੇ ਫਿਰ ਮੋਇਆਂ ਤੋਂ ਬਾਅਦ ਸ਼ਰਾਧ ਲਾ ਕੇ ਬਣਾ ਕੇ ਤੇ ਫਿਰ ਸਮਾਜ ਬਰਾਦਰੀ ਇਕੱਠੀ ਕਰਕੇ ਤੇ ਦਿਖਾਣਾ ਵੀ ਸਾਡਾ ਤੇ ਮਾਪਿਆਂ ਨਾਲ ਪਿਆਰ ਬੜਾ ਸੀ। ਮਹਾਰਾਜ ਕਹਿੰਦੇ ਨਹੀਂ, ਇਹ ਤੁਹਾਡਾ ਜਿਹੜਾ ਦਿਖਾਵਾ ਹੈ ਕਿ ਕੂੜ ਹੈ, ਇਹ ਝੂਠ ਹੈ ਤੁਹਾਡਾ। ਜੀਵਤ ਪਿੱਤਰ
ਨਾ ਮੰਨੇ ਕਹੂ ਮੂੰਹੇ ਸ਼ਰਾਧ ਕਰ ਤੇ ਮੋਇਆਂ ਤੋਂ ਬਾਅਦ ਸ਼ਰਾਧ ਕਰਨ ਦਾ ਕੀ ਲਾਭ ਹੈ? ਮੋਇਆਂ ਤੋਂ ਬਾਅਦ ਉੱਥੇ ਦੇ ਘਰ ਵਿੱਚ ਪਿਆ ਹੋਇਆ ਪਾਣੀ ਨਹੀਂ ਪਿਆਇਆ ਤੇ ਮੋਇਆਂ ਤੋਂ ਬਾਅਦ ਫਿਲਟਰ ਪਾਣੀ ਪਿਆਉਂਦਾ ਰਿਹਾ, ਫਾਇਦਾ ਕੀ ਹੋਇਆ? ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਲਈ ਤੁਸੀਂ ਰੋਂਦੇ ਹੋ ਉਹ ਥੋੜੀ ਸੁਣਦਾ ਹੈ, ਤੁਮ ਲੋਕ ਸੁਣਾਵੋ, ਤੁਸੀਂ ਤੇ ਲੋਕਾਂ ਨੂੰ ਸੁਣਾ ਰਹੇ ਹੋ। ਪਰ ਲੋਕਾਂ ਨੂੰ ਸੁਣਾਉਣ ਦਾ ਕੋਈ ਲਾਭ ਨਹੀਂ ਹੈ, ਜਿਹੜਾ ਤੁਹਾਡਾ ਪਿਆਰ ਉਹਦੇ ਲਈ ਹੈ ਉਹ ਉਵੇਂ ਦਾ ਹੀ ਹੈ। ਸਾਨੂੰ ਲੋਕਾਂ ਨੂੰ ਸੁਣਾਉਣ ਤੇ ਦਿਖਾਉਣ ਦੀ ਜ਼ਰੂਰਤ ਨਹੀਂ ਕਿ ਸਾਡਾ ਇਹਦੇ ਨਾਲ ਕਿੰਨਾ ਪਿਆਰ ਸੀ, ਕਿੰਨਾ ਇਹਦੇ ਨਾਲ ਸਾਡੀ ਪ੍ਰੀਤ ਸੀ, ਉਹ ਸਾਨੂੰ ਲੋਕਾਂ ਨੂੰ ਰੋ ਕੇ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਪਰ ਇਹ ਗੱਲ ਹੁਣ ਹਜ਼ਮ ਨਹੀਂ ਹੋਏਗੀ ਸਾਨੂੰ, ਕਿਉਂਕਿ ਸਤਿਗੁਰੂ ਮਹਾਰਾਜ ਜੀ ਸਾਡਾ ਤੇ ਰੋਣਾ ਆਪਣੇ ਆਪ ਨਿਕਲਦਾ। ਕਈ ਵਾਰ ਐਸਾ ਵੀ ਹੁੰਦਾ ਹੈ ਕਿ ਬੰਦਾ ਰੋ ਕੇ ਚੁੱਪ ਕਰ ਜਾਂਦਾ ਹੈ, ਬਾਹਰੋਂ ਜਿਹੜੇ ਚਾਰ ਸੱਜਣ ਆਉਂਦੇ ਉਹਨੂੰ ਫਿਰ ਰਵਾ ਦਿੰਦੇ ਆ, ਉਹ ਮਸਾਂ ਆਪਣੇ ਆਪ ਨੂੰ ਕੰਟਰੋਲ ਕਰਦਾ ਹੈ, ਫਿਰ ਜਦੋਂ ਬਾਹਰੋਂ ਦਰਵਾਜ਼ੇ ਤੇ ਆਉਂਦਿਆਂ ਹੀ ਰੋਣ ਲੱਗ ਜਾਂਦੇ ਆ। ਉਹ ਚੰਗਾ ਬੜਾ ਬੈਠਾ ਇਨਸਾਨ ਫਿਰ ਰੋਣ ਲੱਗ ਜਾਂਦਾ ਉਹਨਾਂ ਨੂੰ ਵੇਖ ਕੇ। ਹੁਣ ਗੁਰੂ ਸਾਹਿਬ ਕੁਝ ਹੋਰ ਸਮਝਾਉਂਦੇ ਨੇ, ਸਾਹਿਬ ਕਹਿੰਦੇ ਉਹ ਨਾ ਸੁਣਹੀ ਕਤਹੀ ਤੁਮ ਲੋਕ ਸੁਣਾਵੋ, ਤੁਸੀਂ ਤਾਂ ਲੋਕਾਂ ਨੂੰ ਸੁਣਾ ਰਹੇ ਹੋ। ਜਿਸ ਤੇ ਸੁੱਤਾ ਨਾਨਕਾ ਜਗਾਏ ਸੋਈ। ਇਸ ਲਈ ਮਹਾਰਾਜ ਜੀ ਕਹਿੰਦੇ ਜਿਸ ਕਰਕੇ ਇਹ ਸੁੱਤਾ ਹੈ ਨਾ, ਤੁਹਾਡਾ ਮਨ ਸੁੱਤਾ ਹੋਇਆ ਇਹ ਕੂੜ ਕਮਾ ਰਿਹਾ ਹੈ, ਇਸ ਤਰ੍ਹਾਂ ਦੇ ਕੂੜ ਦੇ ਧੰਦੇ ਕਰ ਰਿਹਾ ਹੈ, ਇਹ ਤੁਹਾਡਾ ਸੁੱਤਾ ਹੋਇਆ ਮਨ, ਕਹਿੰਦੇ ਨੇ ਉਹਨੂੰ ਚੇਤੇ ਕਰੋ, ਉਹੀ ਤੁਹਾਡੇ ਸੁੱਤੇ ਮਨ ਨੂੰ ਜਗਾਏਗਾ, ਉਹੀ ਤੁਹਾਡੇ ਕਿਉਂਕਿ ਮਹਾਰਾਜ ਨੇ ਰਹਾਉ ਵਾਲੀ ਪੰਕਤੀ 'ਚ ਕਿਹਾ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਇਹ ਕੇਂਦਰੀ ਭਾਵ ਹੈ ਸ਼ਬਦ ਦਾ। ਤੇ ਉਸ ਮੁਤਾਬਕ ਮਹਾਰਾਜ ਜੀ ਕਹਿੰਦੇ ਆ ਕਿ ਜਿਹੜਾ ਮਨ ਤੁਹਾਡਾ ਸੁੱਤਾ ਪਿਆ ਨਾ, ਨਾਨਕ ਜੀ ਕਹਿੰਦੇ ਜਗਾਏ ਸੋਈ, ਸੋਈ ਮਨੇ ਉਹ ਹੁਣ ਮੁਰਦੇ ਨੂੰ ਜਿਉਂਦਾ ਨਹੀਂ ਕਰੇਗਾ, ਮੁਰਦੇ ਨੂੰ ਜਿਉਂਦਾ ਨਹੀਂ ਉਸ ਮਾਲਕ ਨੇ ਕਰਨਾ, ਕਿਉਂਕਿ ਉਹਨੇ ਆਪਣੀ ਖੇਡ ਆਪ ਬਣਾਈ ਹੈ ਤੇ ਆਪਣੀ ਖੇਡ ਦੇ ਰੂਲ ਉਹ ਆਪ ਕਿਵੇਂ ਬਦਲੇਗਾ? ਜੋ ਆਇਆ ਸੋ ਚੱਲ ਸੀ, ਉਹਨੂੰ ਜਾਣਾ ਹੀ ਪੈਣਾ ਹੈ। ਗੁਰੂ ਜੇ ਇਹ ਖੇਡ ਵਿਗੜਦੀ ਹੋਵੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣਾ ਹੀ ਨਹੀਂ ਸੀ ਪੈਣਾ, ਬਾਬਾ ਅਟਲ ਜੀ ਨੂੰ, ਵੀ ਤੁਹਾਨੂੰ ਸਰੀਰਕ ਚੋਲਾ ਛੱਡਣਾ ਪਏਗਾ। ਬਾਬਾ ਅਟਲ ਜੀ ਨੇ ਸਰੀਰਕ ਚੋਲਾ ਛੱਡਿਆ, ਮਹਾਰਾਜ ਕਹਿੰਦੇ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਇਸ ਲਈ ਇੱਥੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਤੁਹਾਡਾ ਮਨ ਸੁੱਤਾ ਪਿਆ ਆ ਕੂੜ ਕਮਾਈ ਜਾਂਦਾ ਹੈ, ਇਹ ਜਾਗੇਗਾ, ਪਰ ਜੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਕਰਨ ਤਾਂ ਇਹ ਸੁੱਤੇ ਮਨ ਜਾਗਦੇ ਹਨ। ਜੇਕਰ ਬੁਝੈ ਆਪਣਾ ਤਾਂ ਨੀਂਦ ਨਾ ਹੋਈ। ਜੇ ਅਸੀਂ ਆਪਣੇ ਆਪਣੇ ਘਰ ਨੂੰ ਬੁੱਝ ਲਈਏ, ਆ ਘਰ ਹੈ, ਜੇ ਅਸੀਂ ਆਪਣੇ ਆਪਣੇ ਇਸ ਘਰ ਨੂੰ ਬੁੱਝ ਲਈਏ, ਸਮਝ ਲਈਏ, ਸਵੇਰ ਦੇ ਦੀਵਾਨਾਂ ਵਿੱਚ ਵੀ ਸ਼ਾਇਦ ਕੱਲ ਸਵੇਰ ਦੇ ਦੀਵਾਨਾਂ 'ਚ ਜ਼ਿਕਰ ਕੀਤਾ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਕਿਉਂ ਆਏ ਹਾਂ, ਸਾਨੂੰ ਗੁਰਦੁਆਰੇ ਆਉਣ ਦੀ ਲੋੜ ਕਿਉਂ ਹੈ, ਅਸੀਂ ਸੰਗਤ ਕਿਉਂ ਕਰਨੀ ਹੈ, ਅਸੀਂ ਨਿਤਨੇਮ ਦੀ ਬਾਣੀਆਂ ਨਾਲ ਕਿਉਂ ਜੁੜਨਾ ਹੈ, ਸਾਨੂੰ ਪਤਾ ਹੀ ਨਹੀਂ ਹੈ। ਜਿਨ੍ਹਾਂ ਨੂੰ ਪਤਾ ਹੈ ਮੁਬਾਰਕ ਹੈ, ਨਹੀਂ ਤੇ ਬੰਦਾ ਕਹਿੰਦਾ ਜੀ ਇਹ ਤੇ ਰਸਮ ਹੈ, ਰਸਮ ਨਿਭਾਈ ਜਾਓ, ਆਈ ਜਾਓ ਤੇ ਜਾਈ ਜਾਓ। ਨਹੀਂ, ਅਸਲ ਵਿੱਚ ਗੁਰੂ ਨਾਨਕ ਸਾਹਿਬ ਧਰਮਸਾਲ ਇਸ ਲਈ ਬਣਾਉਂਦੇ ਆ ਵੀ ਇੱਥੇ ਬੈਠ ਕੇ ਜੀਵਨ ਜਾਂਚ ਸਿੱਖੋ ਆਪਣੀ, ਇੱਥੇ ਆ ਕੇ ਤੁਹਾਨੂੰ ਆਪਣੀ ਸੂਝ-ਬੂਝ ਆਵੇ ਵੀ ਮੈਂ ਕੌਣ ਹਾਂ, ਮੈਂ ਕਾਹਦੇ ਲਈ ਮਨੁੱਖਾ ਜਨਮ 'ਚ ਆਇਆ, ਮੈਨੂੰ ਸੰਗਤ ਦੀ ਲੋੜ ਕਿਉਂ ਹੈ, ਮੈਂ ਸਤਿਗੁਰੂ ਦੇ ਚਰਨਾਂ 'ਚ ਕਿਉਂ ਜੁੜਨਾ ਹੈ। ਅਸੀਂ ਇਹ ਗੱਲਾਂ ਦੀ ਸੂਝ-ਬੂਝ ਲੈਣ ਲਈ ਗੁਰੂ ਘਰ ਵਿੱਚ ਆਉਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਗਾਇਆ, ਸਾਹਿਬ ਜੀ ਕਹਿੰਦੇ ਜੇ ਘਰ ਬੁੱਝ ਹੈ ਆਪਣਾ, ਜੇ ਕੋਈ ਆਪਣੇ ਘਰ ਨੂੰ ਬੁੱਝ ਲਵੇ ਤੇ ਕੌਣ ਬੁੱਝੇਗਾ? ਜਿਹੜਾ ਜਾਗੇਗਾ ਮਨ ਕਰਕੇ। ਆਪਣੇ ਘਰ ਨੂੰ ਜਿਹੜਾ ਬੁੱਝ ਲਏਗਾ, ਮਨੁੱਖਾ ਜਨਮ ਨੂੰ ਸਮਝ ਲਏਗਾ, ਤਾਂ ਨੀਂਦ ਨਾ ਹੋਈ, ਉਹਦਾ ਮਨ ਦੁਬਾਰਾ ਮਾਇਆ ਦੇ ਮੋਹ ਵਿੱਚ ਸੋਏਗਾ ਹੀ ਨਹੀਂ, ਉਹਦਾ ਮਨ ਵਿਕਾਰਾਂ ਦੀ ਨੀਂਦ ਵਿੱਚ ਸੋਏਗਾ ਹੀ ਨਹੀਂ, ਉਹਦਾ ਮਨ 24 ਘੰਟੇ ਜਾਗਦਾ ਰਹੇਗਾ, ਜਿਹਨੂੰ ਆਪਣੇ ਆਪੇ ਦੀ ਸੋਝੀ ਆ ਗਈ ਹੈ। ਇਹ ਵੀ ਬੇਨਤੀ ਕਰਕੇ ਚੱਲਾਂ ਕਿ ਜਿਹਨੂੰ ਇਹ ਪਤਾ ਹੈ ਵੀ ਮੈਂ ਗੁਰਦੁਆਰੇ ਆਇਆ ਤੇ ਗੁਰਬਾਣੀ ਦਾ ਲਾਹਾ ਲੈਣਾ ਹੈ, ਗੁਰਬਾਣੀ ਪਾਠ ਦਾ, ਕੀਰਤਨ ਦਾ, ਕਥਾ ਦਾ ਲਾਹਾ ਲੈਣਾ ਹੈ, ਸੱਚ ਜਾਣਿਓ ਉਹਨੂੰ ਸੰਗਤ 'ਚ ਬੈਠ ਕੇ ਕਦੇ ਨੀਂਦ ਨਹੀਂ ਆਏਗੀ, ਉਹਨੂੰ ਕਦੇ ਨੀਂਦ ਨਹੀਂ ਆਏਗੀ। ਪਰ ਜਦੋਂ ਮਨ ਅਵੇਸਲਾ ਹੋ ਜਾਏ, ਉਹ ਆਪ ਤਾਂ ਸੌਂਦਾ ਹੀ ਸੌਂਦਾ, ਉਹ ਤਨ ਨੂੰ ਵੀ ਸੁਵਾ ਦਿੰਦਾ ਹੈ। ਅਸੀਂ ਮਨ ਕਰਕੇ ਵੀ ਸੌਂ ਗਏ, ਤਨ ਕਰਕੇ ਵੀ ਸੌਂ ਗਏ, ਫਿਰ ਲਾਹਾ ਕਿਹਨੇ ਲੈਣਾ ਸੀ? ਹੁਣ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਮਨ ਜਾਗਿਆ ਉਹਨੂੰ ਆਪਣੇ ਘਰ ਦੀ ਸੋਝੀ ਆ ਗਈ, ਜਿਹਨੂੰ ਆਪਣੇ ਘਰ ਦੀ ਸੋਝੀ ਆ ਗਈ ਫਿਰ ਉਹਨਾਂ ਨੂੰ ਨੀਂਦ ਨਾ ਹੋਈ, ਉਹਨਾਂ ਨੂੰ ਮਾਇਆ ਦੀ ਨੀਂਦ, ਵਿਕਾਰਾਂ ਦੀ ਨੀਂਦ ਕਦੇ ਨਹੀਂ ਆਉਂਦੀ ਹੈ। ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਕਹਿੰਦੇ ਨੇ ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ, ਜਿਹੜੇ ਸਾਡੇ ਤੋਂ ਪਹਿਲਾਂ ਚੱਲੇ ਨੇ ਉਹ ਕੀ ਨਾਲ ਲੈ ਕੇ ਗਏ ਨੇ, ਤੇ ਜੋ ਅਸੀਂ ਸੰਪੈ ਇਕੱਠਾ ਕਰ ਰਹੇ ਹਾਂ ਉਹਨਾਂ ਵਿੱਚੋਂ ਅਸੀਂ ਕੀ ਨਾਲ ਲੈ ਕੇ ਜਾਣਾ? ਸਾਡੇ ਨਾਲ ਜਾਣਾ ਕੀ ਹੈ? ਸਾਡਾ ਤੇ ਸਰੀਰ ਵੀ ਨਾਲ ਨਹੀਂ ਜਾਣਾ, ਸਾਡੀ ਤਾਂ ਇਹ ਬਾਡੀ ਵੀ ਨਾਲ ਨਹੀਂ ਜਾਣੀ, ਇਹ ਤੇ ਡੈੱਡ ਹੋ ਗਈ ਤੇ ਇਹ ਵੀ ਆਪਣੇ ਆਪ ਨਹੀਂ ਉੱਠਣੀ। ਚਾਰ ਬੰਦੇ ਆਉਣੇ ਨੇ ਤੇ ਇਸ ਨੂੰ ਮੋਢੇ ਤੇ ਰੱਖ ਕੇ ਲੈ ਜਾਣੇ ਆ। ਮਲਕਲ ਮੌਤ ਜਾਂ ਆਬਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਇਹ ਤੇ ਆਪਣੇ ਆਪ ਵੀ ਨਹੀਂ ਜਾ ਸਕਦਾ, ਫਿਰ ਤੇ ਨਾਲ ਕੀ ਜਾਣਾ? ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਆਹ ਧਨ ਇਕੱਠਾ ਕਰੋ ਜਿਹੜਾ ਸਾਡੀ ਜਿੰਦ ਦੇ ਨਾਲ ਜਾਣਾ ਹੈ, ਆਹ ਸੱਚੀ ਬਾਣੀ ਦਾ ਧਨ ਇਕੱਤਰ ਕਰੋ ਜਿਹਨੇ ਸਾਡੇ ਨਾਲ ਜਾਣਾ ਹੈ, ਚੰਗੀ ਕਮਾਈ ਨਾਲ ਜਾਣੀ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਵੀ ਜਿਹੜੇ ਚੱਲਦੇ ਨੇ ਉਹ ਕੀ ਲੈ ਕੇ ਗਏ, ਤੇ ਜੋ ਤੁਸੀਂ ਇਕੱਠਾ ਕਰ ਰਹੇ ਹੋ ਉਹਨਾਂ ਵਿੱਚੋਂ ਮਾਇਆਵੀ ਪਦਾਰਥਾਂ ਚੋਂ ਕੀ ਨਾਲ ਲੈ ਕੇ ਜਾਣਾ ਹੈ। ਤਾਂ ਤਨ ਸੰਚੋ ਦੇਖ ਕੇ ਬੁੱਝੋ ਵਿਚਾਰੇ। ਇਸ ਲਈ ਤੁਸੀਂ ਵੀ ਧਨ ਸੰਚੋ ਇਕੱਠਾ ਕਰੋ, ਭਰ ਕੇ ਕਰੋ, ਬੈਂਕ ਬੈਲੈਂਸ ਜਿੰਨੇ ਮਰਜ਼ੀ ਵਧਾਓ, ਹੇਰਾ ਫੇਰੀਆਂ ਕਰੋ, ਠੱਗੀਆਂ ਕਰੋ, ਮਿਲਾਵਟਾਂ ਕਰੋ, ਧੋਖਾ ਕਰੋ, ਜੋ ਮਰਜ਼ੀ ਕਰੋ। ਜੇ ਕੋਈ ਕੁਝ ਆਪਣੇ ਨਾਲ ਲੈ ਕੇ ਗਿਆ ਹੋਵੇ ਫਿਰ ਤੁਹਾਨੂੰ ਛੂਟ ਹੈ, ਤੁਸੀਂ ਜਿਹੜੇ ਮਰਜ਼ੀ ਕਰਮ ਕਰੋ। ਪਰ ਮਹਾਰਾਜ ਕਹਿੰਦੇ ਜਾਣਾ ਤੇ ਇੱਕ ਕੌਡੀ ਵੀ ਨਾਲ ਨਹੀਂ, ਕੌਡੀ ਵੀ ਨਹੀਂ ਜਾਣੀ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੌਟੀ ਤੋਰ। ਇਸ ਤੋਂ ਪਹਿਲਾਂ ਲੜੀਵਾਰ ਇਤਿਹਾਸ ਵਿੱਚ ਤੁਸੀਂ ਕਾਰੂ ਬਾਦਸ਼ਾਹ ਦਾ ਇਤਿਹਾਸ ਸੁਣਿਆ, ਗੁਰੂ ਨਾਨਕ ਸਾਹਿਬ ਦੇ ਇਤਿਹਾਸ 'ਚ, ਜਿਹਨੇ ਕਬਰਾਂ ਵਿੱਚ ਮੁਰਦਿਆਂ ਦੇ ਮੂੰਹ ਵਿੱਚੋਂ ਵੀ ਸਿੱਕੇ ਕੱਢ ਲਏ। ਤੇ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਸੀ ਤੂੰ ਇੰਨਾ ਮਾੜਾ ਕੰਮ ਕਰਦਾ ਹੈ, ਪਰ ਇਹ ਤਾਂ ਦੱਸ ਵੀ ਨਾਲ ਜਾਣਾ ਕੀ ਆ ਤੇਰੇ? ਜੇ ਮਿੱਟੀ ਦੀਆਂ ਠੀਕਰੀਆਂ ਨਾਲ ਨਹੀਂ ਜਾ ਸਕਦੀਆਂ ਤੇ ਇਹ ਜਿੰਨੇ ਧਨ ਪਦਾਰਥ ਇਕੱਠੇ ਕੀਤੇ ਆ ਇਹ ਕਿੱਥੋਂ ਨਾਲ ਜਾਣੇ ਆ? ਤੇ ਫਿਰ ਨਾਲ ਜਾਣਾ ਹੀ ਕੱਖ ਨਹੀਂ, ਤੇ ਫਿਰ ਆਪਾਂ ਕਿਉਂ ਮਾੜੇ ਕਰਮ ਕਰੀਏ? ਇਹਨਾਂ ਧਨ ਪਦਾਰਥਾਂ ਦੀ ਖਾਤਰ ਕਿਉਂ ਚੋਰੀਆਂ ਕਰੀਏ, ਠੱਗੀਆਂ ਕਰੀਏ, ਹੇਰਾ ਫੇਰੀਆਂ ਕਰੀਏ, ਮਾੜੇ ਕਰਮ ਕਰੀਏ, ਜਦ ਕਿ ਕੌਡੀ ਵੀ ਨਾਲ ਨਹੀਂ ਜਾਣੀ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਜਿਹੜਾ ਚੱਲਿਆ ਉਹ ਦੱਸੋ ਕੀ ਨਾਲ ਲੈ ਕੇ ਗਿਆ, ਉਹਨੇ ਜੋ ਇਕੱਠਾ ਕੀਤਾ ਸੀ ਉਹ ਕਿੱਥੇ ਧਰਿਆ ਰਹਿ ਗਿਆ। ਜੇ ਤੁਸੀਂ ਇਹਨੂੰ ਆਪ ਵੇਖੋ ਤਾਂ ਧਨ ਸੰਚੋ ਦੇਖ ਕੇ, ਜਿਹੜੇ ਦੁਨੀਆ ਤੋਂ ਜਾ ਰਹੇ ਨੇ ਉਹਨਾਂ ਵੱਲ ਵੇਖ ਕੇ ਤੁਸੀਂ ਧਨ ਇਕੱਤਰ ਕਰੋ। ਜੇ ਉਹ ਦੁਨੀਆ ਤੋਂ ਕੁਝ ਲੈ ਕੇ ਗਏ ਨੇ, ਇਸ ਲਈ ਤਾਂ ਧਨ ਸੰਚੋ ਦੇਖ ਕੇ ਬੁੱਝੋ ਵਿਚਾਰੇ। ਇਹਨੂੰ ਚੰਗੀ ਤਰ੍ਹਾਂ ਬੁੱਝ ਲਓ, ਵਿਚਾਰ ਲਓ ਕਿ ਦੁਨੀਆ ਤੋਂ ਅਸੀਂ ਕੀ ਨਾਲ ਲੈ ਕੇ ਜਾਣਾ ਹੈ, ਤੇ ਸਾਡੇ ਤੋਂ ਪਹਿਲਾਂ ਜਿਹੜੇ ਗਏ ਨੇ ਉਹ ਆਪਣੇ ਨਾਲ ਕੀ ਲੈ ਕੇ ਗਏ ਹਨ। ਵਣਜ ਕਰੋ ਮਕਸੂਦ ਲੈ ਮਤ ਪਛਤਾਵੋ। ਇਸ ਲਈ ਜੋ ਨਾਲ ਲੈ ਕੇ ਜਾਣ ਲਈ ਆਏ ਆ ਉਹ ਕੰਮ ਕਰੀਏ ਆਪਾਂ। ਸਾਡੇ ਨਾਲ ਕੀ ਜਾਣਾ ਹੈ? ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਮਹਾਰਾਜ ਜੀ ਕਹਿੰਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚਲੀ ਰਹਿਣ, ਇਹਾਂ ਖਾਟ
ਚਲੋ ਹਰ ਲਾਹਾ, ਇੱਥੋਂ ਜਿਹੜਾ ਲਾਹਾ ਤੂੰ ਖੱਟ ਕੇ ਲੈ ਜਾਣਾ ਉਹ ਲੈ ਕੇ ਚੱਲ। ਸਭ ਕਹਿੰਦੇ ਵਣਜ ਕਰੋ ਮਕਸੂਦ ਲੈਹੋ, ਮਕਸੂਦ ਦਾ ਅਰਥ ਹੁੰਦਾ ਲਾਹਾ ਲੈਣਾ। ਵੀ ਤੂੰ ਉਹ ਸੌਦਾ ਇਕੱਠਾ ਕਰ ਜਿਹੜਾ ਲਾਹਾ ਤੈਨੂੰ ਮਿਲ ਜਾਏ ਤੇ ਲੈ ਕੇ ਜਾਵੇਂ। ਮਤ ਪਛਤਾਵੋ, ਮਤ ਮੈਨੇ ਮਤਾਂ, ਤੈਨੂੰ ਬਾਅਦ ਵਿੱਚ ਪਛਤਾਉਣਾ ਪੈ ਜਾਏ ਕਿ ਸਾਰੀ ਉਮਰ ਮਾਇਆਵੀ ਪਦਾਰਥ ਹੈ, ਇਕੱਤਰ ਕਰਦਾ ਰਿਹਾ ਕੌਡੀ ਕੌਡੀ ਜੋੜਦਾ ਰਿਹਾ, ਪਰ ਨਾਲ ਕੱਖ ਵੀ ਨਹੀਂ ਗਿਆ। ਮਤ ਪਛਤਾਵੋ, ਇਹ ਨਾ ਹੋਵੇ ਬਾਅਦ ਵਿੱਚ ਪਛਤਾਉਣਾ ਪੈ ਜਾਏ। ਹਜੇ ਤਾਂ ਗੁਰਬਾਣੀ ਸੁਚੇਤ ਕਰ ਰਹੀ ਹੈ, ਜਗਾ ਰਹੀ ਹੈ ਵੀ ਭਾਈ ਜਾਗੋ, ਸੁੱਤੇ ਪਏ ਜੋ ਇਕੱਠਾ ਕਰ ਰਹੇ ਹੋ ਨਾਲ ਨਹੀਂ ਜਾਣਾ। ਐਵੇਂ ਦੁਨੀਆ 'ਚ ਧੋਖਾ ਕਰ ਰਹੇ ਹੋ, ਦੁਨੀਆ ਨੂੰ ਆਪਣਿਆਂ ਨੂੰ ਧੋਖਾ ਦੇ ਰਹੇ ਆ, ਆਪਣਿਆਂ ਨਾਲ ਹੀ ਧੋਖਾਦਾਰੀ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਆਚਾਰ ਪਦਾਰਥ ਇਕੱਠੇ ਕਰਨ ਵਾਸਤੇ ਮਹਾਰਾਜ ਜੀ ਕਹਿੰਦੇ ਨੇ ਇਹਨੂੰ ਬੁੱਝ ਲਓ ਚੰਗੀ ਤਰ੍ਹਾਂ, ਇਹਨੂੰ ਵਿਚਾਰ ਲਓ ਚੰਗੀ ਤਰ੍ਹਾਂ, ਆਪਣੇ ਵੱਲ ਨਹੀਂ ਦੂਜਿਆਂ ਵੱਲ, ਜਿਹੜੇ ਦੁਨੀਆ ਤੋਂ ਗਏ ਨੇ ਉਹ ਕੀ ਨਾਲ ਲੈ ਕੇ ਗਏ ਨੇ। ਫਿਰ ਗੱਲ ਸਮਝ ਆਏਗੀ। ਵਣਜ ਕਰੋ ਮਕਸੂਦ ਲੈਹੋ, ਤੁਸੀਂ ਫਿਰ ਜਿਹੜਾ ਲਾਹਾ ਲੈਣ ਆਇਓ ਉਹ ਬੜਾ ਲਾਹਾ ਲਓ। ਮਤ ਪਛਤਾਵੋ, ਫਿਰ ਮਤਾ ਬਾਅਦ ਵਿੱਚ ਪਛਤਾਉਣਾ ਪੈ ਜਾਵੇ। ਔਗਣ ਛੋਡੋ ਗੁਣ ਕਰੋ ਐਸੇ ਤਤ ਪ੍ਰਭੂ। ਹੁਣ ਕੀ ਲਾਹਾ ਲੈਣਾ ਹੈ? ਅਵਗਣ ਛੋਡੋ, ਜਿਹੜੀਆਂ ਬੁਰਾਈਆਂ ਨੇ ਛੱਡ ਦਿਓ, ਅਵਗਣ ਛੱਡ ਦਿਓ, ਮਾੜੇ ਕੰਮ ਛੱਡ ਦਿਓ, ਗੁਣ ਕਰੋ, ਸ਼ੁਭ ਗੁਣ ਇਕੱਠੇ ਕਰੋ, ਚੰਗਿਆਈਆਂ ਆਪਣੇ ਜੀਵਨ ਵਿੱਚ, ਚੰਗਾ ਜੀਵਨ ਬਣਾਓ, ਚੰਗਾ ਆਚਰਣ ਬਣਾਓ, ਚੰਗੀ ਸੋਚ ਰੱਖੋ। ਅਸੀਂ ਬਾਹਰੋਂ ਕੱਪੜੇ ਸੋਹਣੇ ਪਾਉਣੇ ਸਿੱਖ ਗਏ ਹਾਂ, ਰਹਿਣਾ ਸੋਹਣਾ ਸਿੱਖ ਗਏ, ਬੋਲਣਾ ਚੰਗਾ ਸਿੱਖ ਗਏ, ਖਾਣਾ ਪਕਾਉਣਾ ਚੰਗਾ ਸਿੱਖ ਗਏ ਹਾਂ, ਪਰ ਅੰਦਰੋਂ ਜੇ ਅਸੀਂ ਨਾ ਚੰਗੇ ਹੋਏ ਤੇ ਫਿਰ ਗੱਲ ਨਹੀਂ ਬਣਨੀ। ਇਸ ਲਈ ਮਹਾਰਾਜ ਕਹਿੰਦੇ ਨੇ ਤੁਸੀਂ ਅਵਗਣ ਛੱਡ ਕੇ ਸ਼ੁਭ ਗੁਣ ਇਕੱਠੇ ਕਰੋ, ਐਸੇ ਤਤ ਪ੍ਰਭੂ। ਇਸ ਤਰ੍ਹਾਂ ਤਤ ਨੂੰ ਸਮਝੋ, ਤਤ ਨਿਰੰਕਾਰ ਪਰਮੇਸ਼ਵਰ ਦੇ ਨਾਮ ਨੂੰ ਇਕੱਤਰ ਕਰੋ। ਸ਼ੁਭ ਗੁਣ ਤੁਹਾਨੂੰ ਪਰਮੇਸ਼ਵਰ ਦੇ ਨਾਮ ਵਿੱਚੋਂ ਮਿਲਣੇ ਆ। ਸਾਡੀ ਤੇ ਰੋਜ਼ ਉੱਠਦਿਆਂ ਹੀ ਅਰਦਾਸ ਇਹ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਸਾਡੀ ਨਿਤ ਉੱਠਦਿਆਂ ਅਰਦਾਸ ਹੈ ਕਿ ਮਹਾਰਾਜ ਜੀ ਅਵਗਣਾਂ ਨਾਲ ਭਰੇ ਪਏ ਆ, ਕਦੋਂ ਅਵਗਣਾਂ ਦਾ ਭਾਂਡਾ ਖਾਲੀ ਹੋਏਗਾ। ਇੱਕ ਗੁਣ ਨਹੀਂ ਜੀਵਨ ਵਿੱਚ ਆ ਰਿਹਾ, 50 ਸਾਲ ਦੀ ਉਮਰ ਹੋ ਗਈ ਹੈ, ਇੱਕ ਗੁਣ ਨਹੀਂ ਹਜੇ ਤੱਕ ਪੱਲੇ ਪਿਆ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਫਿਰ ਅੱਗੋਂ ਮਿਲਾਪ ਕਿਵੇਂ ਹੋਏਗਾ? ਜੇ ਆਪਾਂ ਸ਼ੁਭ ਗੁਣਾਂ ਦਾ ਲਾਹਾ ਨਾ ਲਿਆ ਫਿਰ ਅੱਗੋਂ ਮਿਲਾਪ ਕਿਵੇਂ ਹੋਏਗਾ? ਅਵਗਣਾਂ ਵਾਲਿਆਂ ਦਾ ਮਿਲਾਪ ਤੇ ਹੁੰਦਾ ਨਹੀਂ। ਇਸ ਲਈ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਕੁਝ ਕਰਨਾ ਹੈ ਅਵਗਣ ਛੋਡੋ, ਗੁਣ ਕਰੋ, ਐਸੇ ਤਤ ਪ੍ਰਭੂ। ਇਸ ਤਰ੍ਹਾਂ ਆਪਣੇ ਜੀਵਨ ਦੇ ਤਤ ਨੂੰ ਸਮਝਣਾ ਕਰੋ। ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ। ਪੁੱਛਿਆ ਮਹਾਰਾਜ ਜੀ ਸਾਨੂੰ ਥੋੜਾ ਜਿਹਾ ਵਿਸਥਾਰ 'ਚ ਸਮਝਾਓ, ਗੱਲ ਸਮਝ ਨਹੀਂ ਆ ਰਹੀ। ਤਾਂ ਮਹਾਰਾਜ ਜੀ ਕਹਿੰਦੇ ਨੇ ਪਹਿਲਾਂ ਤੇ ਇਹ ਆ ਵੀ ਅਵਗਣ ਛੱਡ ਕੇ ਸ਼ੁਭ ਗੁਣ ਗ੍ਰਹਿਣ ਕਰਨੇ ਆ। ਫਿਰ ਦੂਸਰਾ ਧਰਮ ਭੂਮ ਮੈਨੇ ਕਹਿੰਦੇ ਜ਼ਮੀਨ, ਤੁਸੀਂ ਧਰਮ ਜਿਹੜਾ ਇਹਨੂੰ ਆਪਣੀ ਉਹ ਭੂਮੀ ਬਣਾਓ, ਉਹ ਜ਼ਮੀਨ ਜਿਹੜੀ ਆ ਉਹ ਬਣਾਓ। ਫਿਰ ਕੀ ਕਰੋ? ਸਾਹਿਬ ਜੀ ਕਹਿੰਦੇ ਨੇ ਸਤ ਬੀਜ ਕਰ ਐਸੀ ਕਿਰਸ ਕਮਾਵੋ। ਕਿਰਸ ਮੈਨੇ ਖੇਤੀ, ਆਹ ਵਾਲੀ ਖੇਤੀ ਕਰੋ ਜੇ ਲਾਹਾ ਲੈਣਾ ਤਾਂ। ਸਤ ਦਾ ਬੀਜ ਪਾਓ ਔਰ ਧਰਮ ਨੂੰ ਆਪਣੀ ਭੂਮੀ ਬਣਾਓ। ਇਸ ਧਰਮ ਰੂਪੀ ਭੂਮੀ ਜ਼ਮੀਨ ਤੇ ਸੱਚ ਦਾ ਬੀਜ ਪਾਓ। ਫਿਰ ਤੁਸੀਂ ਆ ਜਿਹੜੀ ਖੇਤੀ ਕਰੋਗੇ ਇਹਦੇ ਵਿੱਚੋਂ ਤੁਹਾਨੂੰ ਲਾਹਾ ਹੀ ਲਾਹਾ ਮਿਲੇਗਾ, ਇਹਦੇ ਵਿੱਚੋਂ ਲਾਭ ਹੀ ਲਾਭ ਤੁਹਾਨੂੰ ਮਿਲੇਗਾ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਜਿਹੜਾ ਲਾਹਾ ਆਪਾਂ ਲੈਣਾ ਆ ਉਹ ਲਾਹਾ ਇਸ ਤਰ੍ਹਾਂ ਖੱਟਿਆ ਜਾਣਾ। ਨਾਮ ਦਾ ਬੀਜ ਪਾਉਣਾ ਪੈਣਾ, ਸੰਤੋਖ ਦਾ ਸੁਹਾਗਾ ਫੇਰਨਾ ਪੈਣਾ, ਤੇ ਗਰੀਬੀ ਨਿਮਰਤਾ ਅੰਦਰ ਰੱਖਣੀ ਪੈਣੀ ਆ, ਤਾਂ ਲਾਹਾ ਲੈ ਕੇ ਜਾ ਸਕਦੇ ਆ। ਇਸ ਲਈ ਸਾਹਿਬ ਜੀ ਕਹਿੰਦੇ ਤੁਸੀਂ ਧਰਮ ਨੂੰ ਭੂਮੀ ਬਣਾਉਣਾ ਹੈ, ਸਤ ਨੂੰ ਬੀਜ ਬਣਾਉਣਾ ਹੈ, ਔਰ ਇਸ ਤਰ੍ਹਾਂ ਤੁਸੀਂ ਆਪਣੀ ਖੇਤੀ ਜੀਵਨ ਦੀ ਕਰਨੀ ਹੈ। ਤਾਂ ਵਪਾਰੀ ਜਾਣਿਆ ਹੈ ਲਾਹਾ ਲੈ ਜਾਵੋ। ਫਿਰ ਤੁਸੀਂ ਚੰਗੇ ਵਪਾਰੀ ਹੋ। ਫਿਰ ਜੇ ਤੁਹਾਡਾ ਨਿਤਨੇਮ ਪੂਰਾ ਹੈ, ਤੁਹਾਡਾ ਜਿਹੜਾ ਅੰਦਰ ਨਾਮ ਦਾ ਬੀਜ ਤੁਸੀਂ ਰੋਜ਼ ਪਾ ਰਹੇ ਹੋ, ਨਿਮਰਤਾ ਹੈ, ਸਬਰ ਸੰਤੋਖ ਹੈ ਤੁਹਾਡੇ ਅੰਦਰ, ਫਿਰ ਤੁਸੀਂ ਜੀਵਨ ਦਾ ਲਾਹਾ ਲੈ ਕੇ ਜਾਓਗੇ। ਫਿਰ ਤੁਸੀਂ ਚੰਗੇ ਵਪਾਰੀ ਹੋ। ਤਾਂ ਵਪਾਰੀ ਜਾਣਿਓ ਲਾਹਾ ਲੈ ਜਾਵੋ। ਫਿਰ ਚੰਗਾ ਫਲ, ਜਦੋਂ ਨਾਮ ਦਾ ਬੀਜ ਪਾਵਾਂਗੇ ਫਿਰ ਫਲ ਵੀ ਉਹਦੇ ਵਿੱਚ ਚੰਗਾ ਲੱਗੇਗਾ, ਫਿਰ ਉਹ ਫਲ ਲੈ ਕੇ ਜਾਵਾਂਗੇ। ਧਰਮ ਹੋਵੇ ਸਤਿਗੁਰ ਮਿਲੈ ਬੂਝੈ ਵਿਚਾਰਾ। ਪਰ ਇਹ ਨਾਮ ਦਾ ਬੀਜ ਤੇ ਸੰਤੋਖ ਦਾ ਸੁਹਾਗਾ ਤੇ ਗਰੀਬੀ ਵਾਲਾ ਵੇਸ ਹਰ ਕੋਈ ਨਹੀਂ ਬਣਾ ਸਕਦਾ। ਜੇ ਸਾਰੀ ਦੁਨੀਆ ਇਸ ਗੱਲ ਸਮਝ ਲਵੇ ਤੇ ਦੁਨੀਆ ਦਾ ਮਾਹੌਲ ਨਾ ਬਦਲ ਜਾਏ, ਤੇ ਦੁਨੀਆ 'ਚ ਭ੍ਰਸ਼ਟਾਚਾਰੀ ਖਤਮ ਹੋ ਜਾਏ, ਕੂੜ ਵਿਕਾਰ, ਇਹ ਸਭ ਪਾਪ ਬੁਰਾਈਆਂ ਇਹ ਸਭ ਖਤਮ ਹੋ ਜਾਣ, ਇਹ ਪਾਪ ਦੁਨੀਆ 'ਚੋਂ ਨਾਸ਼ ਹੋ ਜਾਣ। ਪਰ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਕਿਵੇਂ? ਕਰਮ ਹੋਵੇ। ਹੁਣ ਅੱਗੇ ਜ਼ਿਕਰ ਕੀਤਾ ਸੀ ਇੱਕ ਦਿਨ, ਕਰਮ ਦਾ ਮਾਂ ਅੱਖਰ ਜੇ ਮੁਕਤਾ ਹੋਵੇ ਤੇ ਫਿਰ ਉਹਦਾ ਅਰਥ ਬਣਦਾ ਕਰਮ ਜਿਹੜੇ ਅਸੀਂ ਕਰਦੇ ਹਾਂ। ਤੇ ਜੇ ਮਾਂ ਅੱਖਰ ਨੂੰ ਔਂਕੜ ਲੱਗੀ ਹੈ ਤਾਂ ਇਹਦਾ ਅਰਥ ਬਣੇਗਾ ਬਖਸ਼ਿਸ਼, ਤੇ ਜੇ ਮਾਂ ਅੱਖਰ ਨੂੰ ਸਿਹਾਰੀ ਲੱਗੀ ਹੈ ਉਹਦਾ ਅਰਥ ਬਣੇਗਾ ਬਖਸ਼ਿਸ਼ ਦੇ ਨਾਲ। ਕਰਮ ਉਚਾਰਨ ਸੇਮ ਹੀ ਹੈ ਤਿੰਨਾਂ ਦਾ, ਪਰ ਤਿੰਨਾਂ ਦੇ ਅਰਥ ਵਿੱਚ ਫਰਕ ਹੈ। ਜੇ ਕਰਮ ਮਾਂ ਮੁਕਤਾ ਹੈ, ਕੋਈ ਔਂਕੜ ਨਹੀਂ ਲੱਗੀ, ਕੋਈ ਸਿਹਾਰੀ ਨਹੀਂ ਲੱਗੀ, ਉਹਦਾ ਅਰਥ ਜਿਹੜੇ ਕਰਮ ਕਰਦੇ ਆ। ਤੇ ਜੇ ਉਹਨੂੰ ਔਂਕੜ, ਜਿਵੇਂ ਇੱਥੇ ਔਂਕੜ ਲੱਗੀ ਹੈ, ਕਰਮ ਹੋਵੇ ਬਖਸ਼ਿਸ਼ ਹੋਵੇ, ਤੇ ਜੇ ਇਹਨੂੰ ਸਿਹਾਰੀ ਲੱਗੀ ਹੁੰਦੀ ਤਾਂ ਬਖਸ਼ਿਸ਼ ਨਾਲ। ਇਸ ਲਈ ਸਾਹਿਬ ਕਹਿੰਦੇ ਕਰਮ ਹੋਵੇ ਸਤਿਗੁਰ ਮਿਲੈ। ਇਹ ਬਖਸ਼ਿਸ਼ ਹੀ ਹੋਈ ਹੈ ਨਾ, ਜੇ ਆਪਾਂ ਨੂੰ ਸਤਿਗੁਰੂ ਮਿਲਿਆ, ਅਸੀਂ ਸਤਿਗੁਰੂ ਨੂੰ ਮਿਲੇ ਆ, ਇਹ ਬਖਸ਼ਿਸ਼ ਨਾਲ ਹੀ ਮਿਲੇ ਆ। ਨਹੀਂ ਤੇ ਦੁਨੀਆ ਤੁਰੀ ਫਿਰਦੀ ਆ, ਸਤਿਗੁਰੂ ਦਾ ਮਿਲਾਪ ਵਿਰਲਿਆਂ ਨੂੰ ਹੁੰਦਾ। ਕਰਮ ਹੋਵੇ ਸਤਿਗੁਰ ਮਿਲੈ ਬੂਝੈ ਵਿਚਾਰਾ। ਫਿਰ ਉਹ ਗੁਰੂ ਨੂੰ ਮਿਲ ਕੇ ਬੁੱਝਦਾ ਹੈ ਕਿ ਮੈਂ ਕਿਹੜਾ ਲਾਹਾ ਲੈਣ ਵਾਸਤੇ ਆਇਆ ਔਰ ਮੈਂ ਇਹ ਲਾਹਾ ਕਿਵੇਂ ਲਿਜਾ ਸਕਦਾ ਹਾਂ। ਨਾਮ ਵਖਾਣੈ ਸੁਣੇ ਨਾਮ ਨਾਮੇ ਵਿਵਹਾਰਾ। ਇਸ ਲਈ ਸਾਹਿਬ ਕਹਿੰਦੇ ਜਿਹਨੇ ਬੁੱਝ ਲਿਆ, ਜਿਹਨੇ ਵਿਚਾਰ ਲਿਆ, ਫਿਰ ਉਹ ਨਾਮ ਦਾ ਉਚਾਰਨ ਕਰਦਾ ਹੈ, ਫਿਰ ਉਹ ਨਾਮ ਨੂੰ ਸੁਣਦਾ ਹੈ ਔਰ ਨਾਮ ਹੀ ਉਹਦਾ ਵਿਵਹਾਰ ਬਣ ਜਾਂਦਾ ਹੈ। ਭਾਵ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹ ਪਰਮੇਸ਼ਵਰ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਮਨ ਕਰਕੇ, ਕਿਉਂਕਿ ਮਨ ਜਾਗ ਗਿਆ ਨਾ। ਮਨ ਜਾਗਿਆ ਤੇ ਫਿਰ ਕੀ ਹੋਇਆ? ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝ ਹੈ ਚਿਤਾਰੇ। ਹੁਣ ਮਨ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚੇਤੇ ਕਰਦਾ ਹੈ ਪਰਮੇਸ਼ਵਰ ਨੂੰ। ਇਹੀ ਤੇ ਲਾਹਾ ਲੈਣਾ ਆਪਾਂ। ਸਾਹਿਬ ਜੀ ਕਹਿੰਦੇ ਫਿਰ ਜਿਹਨੂੰ ਸਤਿਗੁਰੂ ਮਿਲਿਆ, ਉਹਨੇ ਬੁੱਝ ਲਿਆ, ਉਹਨੇ ਵਿਚਾਰਿਆ, ਫਿਰ ਉਹਦੇ ਤੇ ਕਿਰਪਾ ਹੋਈ, ਨਾਮ ਵਿਖਾਣਾ, ਨਾਮ ਉਚਾਰਨ ਕਰਦਾ ਹੈ, ਸੁਣੇ, ਨਾਮ ਨੂੰ ਸੁਣਦਾ ਹੈ, ਨਾਮ ਹੀ ਉਹਦਾ ਵਿਵਹਾਰ ਬਣ ਜਾਂਦਾ ਹੈ। ਜਿਉ ਲਾਹਾ ਟੋਟਾ ਤਿਵੇਂ ਵਾਟ ਚੱਲਦੀ ਆਈ। ਇਹ ਜਿਹੜੀ ਵਾਟ ਮੈਨੇ ਰਸਤਾ, ਇਹ ਰਸਤਾ ਜਿਹੜਾ ਚੱਲਦਾ ਪਿਆ ਨਾ, ਇਸ ਰਸਤੇ ਦੇ ਵਿੱਚ ਲਾਹਾ ਵੀ ਹੈ ਤੇ ਟੋਟਾ ਵੀ ਹੈ। ਲਾਹਾ ਤੇ ਟੋਟਾ। ਹੁਣ ਲਾਹਾ ਕੌਣ ਲੈ ਕੇ ਗਿਆ ਤੇ ਟੋਟ ਕਿਹਨੂੰ ਆਈ? ਮਹਾਰਾਜ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਓ। ਆ ਜਿਹੜਾ ਸਤਿਗੁਰੂ ਜੀ ਕਹਿੰਦੇ ਵਾਟ ਹੈ ਨਾ, ਵਾਟ ਰਸਤਾ, ਇਹ ਇੱਕ ਮਨਮੁਖ ਦਾ ਹੈ ਤੇ ਇੱਕ ਗੁਰਮੁਖ ਦਾ ਹੈ। ਮਨਮੁਖ ਜਿਹੜੇ ਰਾਹ ਉੱਤੇ ਤੁਰ ਰਿਹਾ ਨਾ, ਮੂਲ ਗਵਾ ਕੇ ਜਾ ਰਿਹਾ, ਅੱਗੇ ਜਾ ਕੇ ਇਹਨੂੰ ਪਤਾ ਹੀ ਨਹੀਂ ਲੱਗਣਾ ਕਿਹੜੇ ਪਾਸੇ ਜਾਣਾ, ਇਹਦੀ ਮੰਜ਼ਿਲ ਹੀ ਕੋਈ ਨਹੀਂ ਹੈ, ਇਹ ਭਟਕਦਾ ਰਹੇਗਾ।
ਪਰ ਗੁਰਮੁਖ ਲਾਹਾ ਲੈ ਕੇ ਚੱਲਿਆ, ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਚੱਲਿਆ। ਉਹਨੂੰ ਪਤਾ ਹੈ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਉਹ ਆਪਣੇ ਟਿਕਾਣੇ ਤੇ ਲੱਗ ਜਾਂਦਾ ਜਾ ਕੇ, ਕਿਉਂਕਿ ਉਹ ਗੁਰੂ ਵਾਲਾ ਬਣ ਗਿਆ, ਉਹ ਗੁਰੂ ਦੇ ਸਨਮੁਖ ਹੋ ਗਿਆ। ਉਹਨੇ ਗੁਰੂ ਦੇ ਸਨਮੁਖ ਹੋ ਕੇ ਉਹ ਜ਼ਿੰਦਗੀ ਦਾ ਲਾਹਾ ਲੈ ਲਿਆ, ਨਾਮ ਬੀਜਣ ਦੀ ਜਾਚ ਸਿੱਖ ਲਈ, ਸੰਤੋਖ ਦਾ ਸੁਹਾਗਾ ਫੇਰਨਾ ਸਿੱਖ ਗਿਆ ਤੇ ਗਰੀਬੀ ਵਾਲਾ ਨਿਮਰਤਾ ਵਾਲਾ ਜੀਵਨ ਬਣਾਉਣਾ ਸਿੱਖ ਲਿਆ। ਇਸ ਲਈ ਇਹ ਲਾਹਾ ਤੇ ਟੋਟਾ, ਇਹ ਵਾਟ, ਇਹ ਰਸਤਾ ਚੱਲ ਰਿਹਾ ਹੈ। ਕਈ ਮਨਮੁਖ ਆਪਣੇ ਮੂਲ ਨੂੰ ਗਵਾ ਕੇ ਚੱਲ ਰਹੇ ਨੇ ਤੇ ਕਈ ਗੁਰਮੁਖ ਆਪਣੀ ਜ਼ਿੰਦਗੀ ਦਾ ਲਾਹਾ ਗੁਰੂ ਦੇ ਰਾਹੀਂ ਲੈ ਕੇ ਚੱਲ ਰਹੇ ਹਨ। ਜੋ ਤਿਸ ਭਾਵੈ ਨਾਨਕਾ ਸਾਈਂ ਵਡਿਆਈ। ਇਹ ਵੀ ਮਾਲਕ ਜੀ ਤੇਰੀ ਵਡਿਆਈ ਹੈ ਕਿ ਜਿਵੇਂ ਤੈਨੂੰ ਪਾਉਂਦਾ ਹੈ, ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਮਨਮੁਖ ਵੀ ਚੱਲ ਰਿਹਾ ਤਾਂ ਵੀ ਤੁਹਾਡੇ ਹੁਕਮ 'ਚ, ਗੁਰਮੁਖ ਚੱਲ ਰਿਹਾ ਤਾਂ ਵੀ ਤੁਹਾਡੇ ਹੁਕਮ 'ਚ। ਪਰ ਮਹਾਰਾਜ ਜੀ ਇਹ ਕਿਉਂ? ਕਿਉਂਕਿ ਮਨਮੁਖ ਨੇ ਜਿਹੜੇ ਕਰਮ ਕੀਤੇ ਉਹਨੂੰ ਉਹ ਰਾਹ ਮਿਲ ਗਿਆ, ਗੁਰਮੁਖ ਨੇ ਜਿਹੜਾ ਕਰਮ ਕੀਤਾ ਉਹਨੂੰ ਉਹ ਰਾਹ ਮਿਲ ਗਿਆ। ਇਹ ਮਨਮੁਖ ਤੇ ਕਰਮ, ਗੁਰਮੁਖ ਦੋਵਾਂ ਦੇ ਕਰਮ ਆਪਣੇ ਆਪਣੇ ਨੇ, ਹੁਕਮ ਪਰਮੇਸ਼ਵਰ ਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਜੋ ਤਿਸ ਭਾਵ ਹੈ, ਜਿਵੇਂ ਉਸ ਮਾਲਕ ਨੂੰ ਪਾਇਆ, ਜੇ ਅਸੀਂ ਉਹਨੂੰ ਚੰਗੇ ਲੱਗਣਾ ਚਾਹੁੰਦੇ ਹਾਂ ਤੇ ਚੰਗਾ ਜੀਵਨ ਬਣਾਈਏ, ਚੰਗੀ ਸੋਚ ਬਣਾਈਏ, ਚੰਗਾ ਆਚਰਣ ਬਣਾਈਏ ਤੇ ਮਾਲਕ ਜੀ ਫਿਰ ਸਾਨੂੰ ਚੰਗੇ ਰਾਹ ਤੋਰਨਗੇ। ਜੇ ਮਾੜੀ ਸੋਚ ਰੱਖ ਕੇ, ਮਾੜੀ ਵਿਚਾਰ ਰੱਖ ਕੇ ਆਵਾਂਗੇ ਫਿਰ ਉਸ ਰਾਹ ਤੁਰ ਜਾਾਂਗੇ। ਫਿਰ ਕੁੜਿਆਰ ਕੁੜਿਆਰੀ ਜਾਈ ਰਲੇ, ਫਿਰ ਕੁੜਿਆਰ ਨੇ ਕੁੜਿਆਰਾਂ 'ਚ ਹੀ ਰਲ ਜਾਣਾ ਜਾ ਕੇ। ਪਰ ਜੇ ਚੰਗੀ ਸੋਚ ਰੱਖ ਕੇ ਆਵਾਂਗੇ ਫਿਰ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਤੇ ਜੇ ਸਤਿਗੁਰੂ ਕੋਲ ਸਚਿਆਰ ਬਣ ਕੇ ਬੈਠਾਂਗੇ ਫਿਰ ਖਾਲੀ ਨਹੀਂ ਜਾਵਾਂਗੇ, ਫਿਰ ਜ਼ਿੰਦਗੀ ਦਾ ਲਾਹਾ ਲੈ ਕੇ ਜਾਵਾਂਗੇ। ਜਦੋਂ ਵੀ ਆਪਾਂ ਗੁਰੂ ਸਾਹਿਬ ਦੇ ਦਰ ਤੇ ਆਈਏ ਜਾਂ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸਾਨੂੰ ਲਿਆਉਣ, ਕੋਸ਼ਿਸ਼ ਕਰੀਏ ਆਪਾਂ ਇੱਕ ਇੱਕ ਗੁਣ ਵੀ ਲੈ ਕੇ ਚੱਲੀਏ, ਇੱਕ ਇੱਕ ਅਵਗਣ ਵੀ ਛੱਡ ਕੇ ਚੱਲੀਏ ਤੇ ਜ਼ਿੰਦਗੀ ਆਪੇ ਹੀ ਬਦਲ ਜਾਣੀ ਹੈ। ਰੋਜ਼ ਇੱਕ ਅਵਗਣ ਛੱਡੀਏ ਤੇ ਇੱਕ ਗੁਣ ਗ੍ਰਹਿਣ ਕਰੀਏ, ਇੱਕ ਦਿਨ ਭਾਂਡਾ ਅਵਗਣਾਂ ਦਾ ਖਾਲੀ ਹੋ ਜਾਏਗਾ ਤੇ ਸ਼ੁਭ ਗੁਣਾਂ ਦਾ ਸਾਡਾ ਭਾਂਡਾ ਜਿਹੜਾ ਉਹ ਭਰ ਜਾਏਗਾ। ਤੇ ਸ਼ੁਭ ਗੁਣਾਂ ਦੇ ਆਸਰੇ ਭਗਤੀ ਹੋਣੀ ਹੈ। ਅਵਗਣਾਂ ਵਾਲਿਆਂ ਨੇ ਭਗਤੀ ਨਹੀਂ ਕਦੇ ਕੀਤੀ, ਬਿਨ ਗੁਣ ਕੀਤੇ ਭਗਤ ਨਾ ਹੋਏ। ਜੇ ਭਗਤੀ ਕਰਨੀ ਹੈ ਤਾਂ ਸ਼ੁਭ ਗੁਣ ਅੰਦਰ ਗ੍ਰਹਿਣ ਕਰਨੇ ਪੈਣਗੇ। ਇਹੀ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਜੀ ਤੁਹਾਡੇ ਦਰ ਤੇ ਆਏ ਆ, ਭਗਤੀ ਦਾ ਜਾਗ ਅੰਦਰ ਲਾ ਦਿਓ, ਸਾਡੇ ਅਵਗਣ ਮਿਟਾ ਕੇ ਸਾਨੂੰ ਸ਼ੁਭ ਗੁਣਾਂ ਦੀ ਦਾਤ ਦੇ ਕੇ ਨਿਵਾਜੋ। ਇਹ ਪਾਵਨ ਸ਼ਬਦ ਮਹਾਰਾਜ ਨੇ ਇੱਥੇ ਉਚਾਰਨ ਕੀਤਾ ਹੈ। ਇਸ ਤੋਂ ਅਗਲੇਰੇ ਇਤਿਹਾਸ ਵਿੱਚ ਗੁਰੂ ਸਾਹਿਬ ਕੀ ਕਿਰਪਾ ਵਰਤਾਉਣਗੇ ਉਹ ਆਪਾਂ ਅਗਲੇਰੇ ਸਮੇਂ 'ਚ ਜਾਣਨ ਦਾ ਯਤਨ ਕਰਾਂਗੇ। ਜਿੰਨੇ ਵੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠੇ ਆ ਜਾਂ ਮੀਡੀਆ ਰਾਹੀਂ ਤੁਸੀਂ ਸੁਣ ਰਹੇ ਹੋ, ਭਾਵਨਾ ਨਾਲ ਭਿੱਜ ਕੇ ਬੇਨਤੀ ਕਰੋ ਸਾਡੇ ਆਉਣ ਦਾ ਲਾਹਾ ਸਾਨੂੰ ਮਿਲ ਜਾਏ। ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਇਹ ਸਾਡੀ ਬੇਨਤੀ ਹੈ। ਜਿੰਨੇ ਵੀ ਤੁਸੀਂ ਪਿਆਰ ਨਾਲ ਭੇਜ ਕੇ ਬੈਠ ਕੇ ਗੁਰਬਾਣੀ ਕੀਰਤਨ ਕਥਾ ਵਿਚਾਰ ਸਰਵਣ ਕਰਦੇ ਹੋ, ਮੁਬਾਰਕ ਹੈ। ਜਿੰਨਾ ਜਿੰਨਾ ਸਾਨੂੰ ਸਮਾਂ ਮਿਲੇ ਜ਼ਰੂਰ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਇਤਿਹਾਸ ਦਾ ਲਾਹਾ ਲਓ, ਤਾਂ ਕਿ ਲੋਕ ਸੁਖੀਏ ਪਰਲੋਕ ਸੋਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।